ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਫਿਰ ਸਵਾਗਤ ਕਰਦੇ ਹਾਂ ਜੌਲ ਸਾਹਿਬ ਦਾ। ਜੌਲ ਸਾਹਿਬ, ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਹਰਸ਼, ਬਹੁਤ ਬਹੁਤ ਧੰਨਵਾਦ। ਤੁਸੀਂ ਤੇ ਸਾਰੇ ਸਰੋਤੇ ਦਰਸ਼ਕ ਖੁਸ਼ ਹੋਵੋਗੇ, ਆਸ ਹੈ ਜੀ। ਜੀ ਬਿਲਕੁਲ ਜੀ, ਮੌਸਮ ਬਹੁਤ ਵਧੀਆ ਹੈ ਜੀ। ਐਂਡ ਜੌਲ ਸਾਹਿਬ, ਮੇਰੇ ਨਾਲ ਕਲੋਲ ਹੀ ਹੋ ਗਈ ਗੱਲ। ਆਈ ਥਾਟ ਕਿ ਅੱਜ 1 ਤਰੀਕ ਹੈ, ਬਟ ਆਈ ਫੋਰਗੋਟ ਕਿ 31 ਦਾ ਮਹੀਨਾ ਹੈ। ਆਈ ਟੋਟਲੀ ਫੋਰਗੋਟ ਕਿ ਇਟ ਇਜ਼ ਅ 31st। ਨਹੀਂ, ਦੇਖੋ 151ਵਾਂ ਦਿਨ ਹੈ ਤੇ 214 ਹੋਰ ਬਾਕੀ ਹੈ ਇਸ ਸਾਲ ਦੇ ਦਿਨ। ਤੇ ਦਿਨ ਕਈ ਵਾਰੀ ਆਪਾਂ ਇਸ ਕਰਕੇ ਵੀ ਦੱਸਦੇ ਰਹਿੰਦੇ ਭੈਣ ਭਰਾਵਾਂ ਨੂੰ, ਕਿਉਂਕਿ ਨਵਾਂ ਸਾਲ ਜਦੋਂ ਚੜ੍ਹਦਾ ਨਾ ਜੀ, ਉਦੋਂ ਇੱਕ ਕਲਚਰ ਬਣਿਆ ਹੋਇਆ ਵੀ ਹੈਪੀ ਨਿਊ ਈਅਰ ਤੇ ਬਾਕੀ ਸਭ ਕੁਝ। ਤੇ ਇਹ ਹੈ ਜੀ ਵੀ ਇਹ ਨਵਾਂ ਸਾਲ ਚੜ੍ਹਨ ਤੋਂ ਬਾਅਦ ਫਿਰ ਥੋੜੇ ਦਿਨਾਂ ਬਾਅਦ ਹੀ ਉਹ ਪੁਰਾਣੇ ਵਾਂਗ ਬੀਤਣ ਲੱਗ ਜਾਂਦਾ ਤੇ ਉਹ ਵਧਾਈਆਂ ਵਾਲੀ ਗੱਲ ਵਧਾਈਆਂ ਤੱਕ ਹੀ ਰਹਿ ਜਾਂਦੀ। ਨਵੇਂ ਸਾਲ 'ਚ ਕੁਝ ਨਵਾਂ ਕਰਨਾ ਭੁੱਲ ਜਾਇਆ ਜਾਂਦਾ ਜੀ। ਤੇ ਉਹਦੇ ਲਿਹਾਜ਼ ਨਾਲ ਇਹ ਜੀ ਵੀ ਚਲੋ ਨਵੇਂ ਪੁਰਾਣੇ ਸਾਲ ਦੇ ਵਿੱਚ ਕੋਵਿਡ ਕਰਕੇ ਬਹੁਤਾ ਫਰਕ ਮਹਿਸੂਸ ਨਹੀਂ ਕੀਤਾ ਜਾ ਸਕਿਆ ਹੁਣ ਤੱਕ, ਪਰ ਬੈਟਰ ਡੇਜ਼ ਆਰ ਹੈਡ। ਤੇ ਇਸ ਸਾਲ ਦੇ ਵਿੱਚ ਹੁਣ 214 ਹੋਰ ਦਿਨ ਬਾਕੀ ਨੇ ਜੀ। ਹੋਪਫੁਲੀ ਅਜੇ ਕਾਫੀ ਟਾਈਮ ਹੈ ਇਸ ਸਾਲ ਦੇ ਵਿੱਚ ਜੋ ਕਰਨਾ ਸੋਚਿਆ ਸੀ ਨਵਾਂ, ਉਹ ਕਰਨ ਦਾ ਸਮਾਂ ਹੈ ਜੀ। 9058131320 905-813-1320 ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਜੋ ਰਿਪੀਟ ਸ਼ੋਜ਼ ਹਨ, ਜੋ ਰਾਤ ਵਾਲੇ ਸ਼ੋਅ ਜਿਹੜੇ ਲੋਕ ਜੁੜੇ ਹੁੰਦੇ ਹਨ 8 ਵਜੇ ਤੋਂ ਬਾਅਦ, ਕਾਫੀ ਵੱਡੀ ਤਾਦਾਦ ਦੇ ਵਿੱਚ ਫੋਨ ਆਏ ਜੌਲ ਸਾਹਿਬ। ਸੋ ਹੈਟਸ ਆਫ ਟੂ ਦੈਟ। ਕਾਫੀ ਇਨਫੋਰਮੇਸ਼ਨ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ। ਡਾਈਵ ਇਨ ਟੂ ਦ ਨਿਊਜ਼ ਐਂਡ ਸਭ ਤੋਂ ਵੱਡੀ ਖਬਰ, ਪ੍ਰੋਪਰਟੀ ਟੈਕਸ ਮਾਮੂਲੀ ਜਿਆਦਾ % ਨਹੀਂ ਵੀ ਵਧਾਇਆ ਗਿਆ, ਪਰ ਜਿਹੜਾ ਇਹ ਵਾਪਿੰਗ ਇੱਕ ਵੱਡਾ ਵਾਟਰ ਤੇ ਸਰਚਾਰਜ ਲਾ ਦਿੱਤਾ ਬਿੱਲਾਂ 'ਚ ਲੋਕ ਮਹਿਸੂਸ ਕਰ ਰਹੇ ਆ ਵੀ ਹੁਣ ਸਟੋਰਮ ਵਾਟਰ ਵੀ ਕਿੰਨਾ ਕਿ ਇੱਥੇ ਪੰਜਾਬ ਦੇ ਕਹਿ ਲਓ ਵੀ ਬਰੈਂਪਟਨ ਦੇ ਵਿੱਚ ਹੜ੍ਹ ਆਇਆ ਹੋਇਆ ਵੀ ਇਹ ਸਟੋਰਮ ਸਰਚਾਰਜ ਲੱਗਣ ਤੋਂ ਬਾਅਦ ਕਿਹੜਾ ਹੜ੍ਹ ਜਿਹੜਾ ਵੀ ਇਹਨਾਂ ਨੇ ਰੋਕ ਲਿਆ ਜੀ। ਪ੍ਰੋਪਰਟੀ ਦਾ ਘਰ ਜਾਂ ਡਰਾਈਵੇ ਪਹਿਲਾਂ ਜਿੱਦਾਂ ਦੇ ਸੀਗੇ ਉਦਾਂ ਦੇ ਹੀ ਆ ਵੀ ਜਾਣੀ ਜਸਟ ਇੱਕ ਉਹਦੇ ਤੇ ਜਿਹੜਾ ਇਹ ਸਰਚਾਰਜ ਆ ਉਹ ਥੋਪ ਦਿੱਤਾ ਗਿਆ। ਤੇ ਉਹ ਫਿਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਛੋਟੇ ਤੋਂ ਛੋਟਾ ਘਰ ਆ ਜਿਹੜਾ ਵੀ $44 ਤੋਂ ਜਿਹੜਾ ਇਹ ਸ਼ੁਰੂ ਹੁੰਦਾ ਤੇ $160 ਤੱਕ ਐਨੂਅਲੀ ਇਹ ਸਰਚਾਰਜ ਜਿਹੜਾ ਪਾਣੀ ਦੇ ਹਰੇਕ ਬਿੱਲ ਦੇ ਵਿੱਚ ਜੀ, ਕਿਉਂਕਿ ਇਹ ਐਡਮਿਨਿਸਟਰ ਅਪੀਲ ਰੀਜਨ ਕਰਦੇ ਆ ਪਾਣੀ ਦੇ ਜਿਹੜੇ ਬਿੱਲ ਆ, ਇਸ ਕਰਕੇ ਇਹ ਸਰਚਾਰਜ ਆ ਜਿਹੜਾ ਵੀ ਅਪੀਲ ਰੀਜਨ ਵੱਲੋਂ ਕਲੈਕਟ ਕੀਤਾ ਜਾਂਦਾ, ਪਰ ਇਹ ਟਰਾਂਸਫਰ ਜਾਣੀ ਕਿ ਬਰੈਂਪਟਨ ਸਿਟੀ ਦੇ ਖਜ਼ਾਨੇ ਦੇ ਵਿੱਚ ਹੁੰਦਾ। ਸੋ ਹਰ ਬਰੈਂਪਟਨ ਦਾ ਰੈਜ਼ੀਡੈਂਟ ਆ ਜਿਹੜਾ ਜੀ ਆਪਣੀ ਪ੍ਰੋਪਰਟੀ ਤੇ ਜਾਂ ਬਿਜ਼ਨਸ ਤੇ ਇਹ ਐਡੀਸ਼ਨਲ ਸਰਚਾਰਜ ਪੇ ਕਰ ਰਹੇ ਨੇ। ਤੇ ਜਿਹੜਾ ਕਿ ਜਿਹਦੀ ਜਾਣੀ ਕਿ ਗੱਲ ਨਹੀਂ ਚੱਲਦੀ, ਆਪਾਂ ਦੇਖਦੇ ਹਾਂ ਵੀ ਪ੍ਰੋਪਰਟੀ ਟੈਕਸ ਨਹੀਂ ਵਧਾਇਆ, ਉਹਦੇ ਢੋਲ ਢਮੱਕੇ ਦੇ ਨਾਲ ਪ੍ਰਚਾਰ ਹੈ ਜੀ, ਪਰ ਇਹ ਸਰਚਾਰਜ ਜਿਹੜਾ ਕਿਤੇ ਚੁੱਪ ਚੁਪੀਤੇ ਲਾ ਦਿੱਤਾ ਗਿਆ, ਇਹਦੀ ਕਿਤੇ ਕੋਈ ਬਹੁਤੀ ਗੱਲ ਨਹੀਂ ਹੋਈ ਜੀ। ਆਈ ਥਿੰਕ ਉਹਨਾਂ ਨੇ ਚੁੱਪ ਚੁਪੀਤੇ ਰਾਈਟ ਉਹੀ ਕਹਿਣ ਲੱਗੇ, ਚੁੱਪ ਚੁਪੀਤੇ ਕੋਈ ਗੱਲ ਹੋਈ ਨਹੀਂ। ਆਈ ਥਿੰਕ ਹੁਣ ਖਬਰ ਬਾਹਰ ਆ ਗਈ। ਆਈ ਥਿੰਕ ਇਹਦੀ ਚਰਚਾ ਵੀ ਹੋਵੇਗੀ। ਸੋ ਲੈਟਸ ਸੀ ਕਿ ਆਉਣ ਵਾਲੇ ਜਿਹੜੇ ਨਵੇਂ ਡਿਵੈਲਪਮੈਂਟਸ ਨੇ ਜੌਲ ਸਾਹਿਬ, ਭਾਵ ਮੈਂ ਹੁਣੀ ਪੜ੍ਹ ਰਿਹਾ ਸੀ ਤੁਹਾਡੀ ਖਬਰ, ਆਈ ਲਾਈਕ ਟੂ ਜੰਪ ਔਨ ਟੂ ਦੈਟ ਫਰਸਟ, ਦੈਨ ਆਪਾਂ ਭੰਗ ਦੀ ਗੱਲਬਾਤ ਕਰਾਂਗੇ। ਕਹਿੰਦੇ ਨੇ ਕਿ ਲੱਕੜ ਦੀ ਪ੍ਰਾਈਸਿਸ ਕਾਫੀ ਵੱਡੀ ਤਾਦਾਦ ਦੇ ਵਿੱਚ ਵੱਧ ਰਹੀ ਹੈ। ਐਂਡ ਸਿੰਸ ਅਸੀਂ ਰੀਅਲ ਸਟੇਟ ਦੇ ਵਿੱਚ ਆ, ਕਾਫੀ ਸਾਡੇ ਵੀਰ ਭੈਣਾਂ ਨੇ ਸਾਡੇ 'ਤੇ ਵਿਸ਼ਵਾਸ ਕਰਕੇ, ਹੁਣ ਦੇਖੋ ਜਦੋਂ ਮੈਂ ਮਾਈਕ 'ਤੇ ਬਹਿੰਦਾ ਹਾਂ, ਆਈ ਲਾਈਕ ਟੂ ਬੀ ਟਰੂਥਫੁਲ ਐਂਡ ਆਈ ਐਮ ਅ ਹੋਸਟ ਰਾਈਟ ਨਾਓ, ਨਾਟ ਅ ਰੀਅਲਟਰ। ਮੈਂ ਪਹਿਲੀ ਗੱਲ ਕਲੀਅਰ ਕਰਦਾ, ਬਾਅਦ 'ਚ ਫਿਰ ਸਾਡੇ ਆਫਿਸ 'ਚ ਜੌਲ ਸਾਹਿਬ ਫੋਨ ਆਉਂਦੇ ਨੇ ਕਿ ਅਰਸ਼ ਨੇ ਕੀ ਬੋਲਤਾ। ਮੈਂ ਪਹਿਲਾਂ ਹੀ ਕਲੀਅਰ ਕਰਦਾ ਕਿ ਆਈ ਐਮ ਅ ਰੀਅਲਟਰ ਬਾਈ ਅ ਪ੍ਰੋਫੈਸ਼ਨ ਫੁੱਲ ਟਾਈਮ। ਐਂਡ ਅਸੀਂ ਵੀ ਕਾਫੀ ਸਾਡੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਉਹਨਾਂ ਦੇ ਸੁਪਨਿਆਂ ਦੇ ਘਰ ਲੈ ਕੇ ਦਿੱਤੇ ਨੇ, ਬਟ ਜਦੋਂ ਲੱਕੜ ਦੀ ਗੱਲ ਆਉਂਦੀ ਹੈ, ਬਿਕੋਜ਼ ਸਾਰਾ ਘਰ ਸਾਰਾ ਲੱਕੜ ਨਾਲ ਹੀ ਬਣਿਆ ਹੁੰਦਾ ਹੈ, ਲੱਕੜ ਦੀ ਪ੍ਰਾਈਸਿਸ ਦਿਨ ਬਾਈ ਦਿਨ ਵੱਧਦੀ ਜਾ ਰਹੀ ਹੈ। ਜਿੱਥੇ 400 per 1000 board feet ਹੁੰਦਾ ਸੀ, ਐਂਡ ਇਟ ਜੰਪਡ ਅਪ ਟੂ 1700 per 1000 feet earlier this year, and that's US dollars ਦੀ ਮੈਂ ਗੱਲ ਕਰ ਰਿਹਾ। ਸੋ ਤੁਸੀਂ ਦੇਖੋ ਕਿ ਸਾਡੀ ਜਿਹੜੀ ਲੱਕੜ ਜਿਹੜੀ ਪ੍ਰਾਈਸ ਆ ਰਹੀ ਹੈ ਕਿੱਥੋਂ ਤੋਂ ਕਿੱਥੋਂ ਆ ਰਹੀ ਹੈ। ਜਿਹੜੇ ਬਿਲਡਰਸ ਨੇ ਜੌਲ ਸਾਹਿਬ, ਉਹ ਤਾਂ ਆਪਣੇ ਹੱਥ ਖੜੇ ਕਰ ਰਹੇ ਨੇ। ਦੇਖੋ ਅਰਸ਼ ਵੀ ਇਹ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਾਣੀ ਦੋਨਾਂ ਦੇਸ਼ਾਂ ਦੇ ਵਿੱਚ ਹੀ ਇੱਦਾਂ ਹੋਇਆ, ਕਿਉਂਕਿ ਇੱਥੇ ਜਿਹੜੀ ਜਿੰਨੀ ਵੀ ਇਹ ਕੰਸਟਰਕਸ਼ਨ ਆ ਨਵੀਂ, ਜਾਣੀ ਕਿ ਉਹ ਡਿਪੈਂਡੈਂਟ ਆ ਇਹ ਲੰਬਰ ਦੇ ਉੱਤੇ ਲੱਕੜ ਦਾ ਹੀ, ਉਹਦੇ ਵਿੱਚ ਕਾਫੀ ਵੱਡਾ ਹਿੱਸਾ ਜਿਹੜਾ ਢਾਂਚਾ ਆਪਾਂ ਦੇਖਦੇ ਹਾਂ ਵੀ ਘਰਾਂ ਦਾ ਖੜਾ ਕੀਤਾ ਜਾਂਦਾ ਜੀ। ਉਹਦੇ ਵਿੱਚ ਫਿਰ ਇਹ ਹੈ ਜੀ ਵੀ ਡਿਮਾਂਡ ਆ ਜਿਹੜੀ ਇੱਕ ਤਰੀਕੇ ਦੇ ਨਾਲ ਇਹ ਜਿਹੜੀ ਪ੍ਰਾਈਸ ਆ ਉਹਨੂੰ ਸਪਾਈਕ ਕਰ ਰਹੀ ਆ, ਤੇ ਇਹ COVID-19 ਕਰਕੇ ਜਿਹੜੀ ਸਪਲਾਈ ਆ ਜਾਣੀ ਉਹਦੇ ਵਿੱਚ ਵੱਡੀ ਰੁਕਾਵਟ ਪਈ ਆ ਵੀ ਉਧਰ ਲੰਬਰਸ ਦੀਆਂ ਜਿਹੜੀਆਂ ਮਿਲਸ ਆ ਜਾਣੀ ਇਹ ਸਭ ਕੁਛ ਸ਼ਟਡਾਊਨ ਲਾਕਡਾਊਨ ਹੋਣ ਕਰਕੇ ਨਵੀਂ ਪ੍ਰੋਡਕਸ਼ਨ ਨਹੀਂ ਆ ਰਹੀ, ਜਿਹਦੇ ਕਰਕੇ ਵੀ ਜਾਣੀ ਡਿਮਾਂਡ ਜਿਹੜੀ ਆ ਉਹ ਆਟੋਗੇਟ ਕੰਸਟਰਕਸ਼ਨ ਦੇ ਵਿੱਚ ਹੋਣ ਕਰਕੇ ਤੇ ਵੀ ਇਹ ਪ੍ਰਾਈਸਿਸ ਆ ਜਿਹੜੀਆਂ ਅਪ ਦੋਨਾਂ ਦੇਸ਼ਾਂ ਦੇ ਵਿੱਚ ਹੀ ਗਈਆਂ। ਜਿਸ ਤਰ੍ਹਾਂ ਤੁਸੀਂ ਅਮਰੀਕਨ ਡਾਲਰਸ ਦੇ ਵਿੱਚ ਇਹ ਰੇਟ ਦੱਸਿਆ, ਜਾਣੀ ਕੈਨੇਡਾ ਦੇ ਵਿੱਚ ਵੀ ਇਹੀ ਇਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਨਾਲ ਇਹ ਰੇਟ ਜਿਹੜੇ ਵਧੇ ਆ।
ਹੁਣ ਐਕਸਪੈਕਟ ਇਹ ਕੀਤਾ ਜਾਂਦਾ ਕਿ ਜਿੰਨਾ ਚਿਰ ਜਾਣੀ ਇਹ ਸਭ ਕੁਝ ਦੁਬਾਰਾ ਰੀਓਪਨ ਹੋ ਕੇ ਨਵੀਂ ਸਪਲਾਈ ਨਹੀਂ ਆਉਂਦੀ, ਇਹ ਪ੍ਰਾਈਸਸ ਅਜੇ ਹੋਰ ਉੱਪਰ ਜਾ ਸਕਦੇ। ਬਿਲਕੁਲ। ਸੋ ਹੋਪਫੁਲੀ ਅਗਲੇ ਮਹੀਨਿਆਂ ਦੇ ਵਿੱਚ ਜਦੋਂ ਰੀਓਪਨਿੰਗ ਹੋਏਗੀ, ਇਹ ਸਾ ਮਿਲਸ ਵਗੈਰਾ ਦੁਬਾਰਾ ਚੱਲ ਜਾਣਗੀਆਂ ਤੇ ਲੰਬਰ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵਧੇਗੀ, ਸਪਲਾਈ ਜਿਹੜੀ ਉਹ ਬੈਟਰ ਹੋ ਜਾਏਗੀ ਤੇ ਪ੍ਰਾਈਸਸ ਡਾਊਨ ਆਉਣਗੀਆਂ। ਪਰ ਲੱਗਦਾ ਵੀ ਪਹਿਲਾਂ ਦੇ ਲੈਵਲ ਤੱਕ ਸ਼ਾਇਦ ਕਦੀ ਵੀ ਨਾ ਆ ਸਕੇ। ਐਂਡ ਆਈ ਜਸਟ ਵਾਂਟ ਟੂ ਕਲੈਰੀਫਾਈ ਜੋਲ ਸਰ, ਮੈਂ ਤਾਂ ਜਿਨ੍ਹਾਂ ਨੇ ਵੀ ਪ੍ਰੀ ਕੰਸਟਰਕਸ਼ਨ, ਬਿਕਾਜ਼ ਮੇਰੇ ਨਾਲ ਕਾਫੀ ਆਲਰੇਡੀ ਹੋ ਚੁੱਕਿਆ, 3-4 ਬਿਲਡਰਸ ਨੇ ਆਲਰੇਡੀ ਆਪਣੇ ਚੈੱਕ ਸਾਡੇ ਕਲਾਇੰਟਾਂ ਨੂੰ ਵਾਪਸ ਕਰਤੇ, ਬਿਕਾਜ਼ ਜੋਲ ਸਰ ਉਸ ਟਾਈਮ ਪ੍ਰਾਈਸ ਕੁਝ ਹੋਰ ਹੁੰਦੀ ਸੀ ਤੇ ਜਿਹੜੇ ਬਿਲਡਰ ਦੀ ਪ੍ਰਾਈਸ ਇੰਕਲੂਡ ਕਰਦੇ ਸੀ ਲੱਕੜ ਦੀ ਕਾਸਟ, ਈਵਨ ਕਿੱਲ ਦਾ ਕਾਸਟ, ਬੋਰਡ ਦਾ ਕਾਸਟ, ਸਾਰਾ ਇਹਨੂੰ ਲੈ ਕੇ ਫਿਰ ਇੱਕ ਪ੍ਰਾਈਸ ਡਿਸਾਈਡ ਹੁੰਦੀ ਕਿ ਹਾਂ ਜੀ 4 ਲੱਖ ਦਾ ਅਸੀਂ ਵੇਚਣਾ ਸਾਡੇ ਕਲਾਇੰਟਾਂ ਨੂੰ। ਉਹੀ 4 ਲੱਖ ਹੁਣ ਤੁਸੀਂ ਜੇ ਲੱਕੜ ਇੰਨੀ ਦੀ ਪ੍ਰਾਈਸ ਵੱਧ ਚੁੱਕੀ ਹੈ, ਇਹ ਹੁਣ ਕਿੱਥੇ ਸਕਾਈ ਰਾਕਟ ਜਾ ਰਹੀ ਹੈ ਪ੍ਰਾਈਸ। ਸੋ ਮੈਂ ਇਹੀ ਦਰਖਾਸਤ ਕਰਦਾ ਕਿ ਅਗਰ ਤੁਸੀਂ ਪ੍ਰੀ ਕੰਸਟਰਕਸ਼ਨ ਲਿੱਤਾ ਹੈ ਆਪਣੇ ਰੀਅਲਟਰਸ ਦੇ ਨਾਲ ਜਾਂ ਜੇ ਤੁਸੀਂ ਸਿੱਧਾ ਡਾਇਰੈਕਟ ਡਿਵੈਲਪਰਸ ਦੇ ਨਾਲ ਲਿੱਤਾ, ਉਹਨਾਂ ਨੂੰ ਪੁੱਛ ਲਓ ਕਿ ਆਰ ਵੀ ਗੋਇੰਗ ਟੂ ਕਲੋਜ਼, ਆਰ ਵੀ ਗੋਇੰਗ ਟੂ ਗੈਟ ਆਰ ਕੀਜ਼। ਇਹ ਜ਼ਰੂਰ ਇੱਕ ਵਾਰੀ ਆਪਣੇ ਰੀਅਲਟਰ ਵੀਰਾ ਭੈਣਾਂ ਨੂੰ ਜ਼ਰੂਰ ਪੁੱਛ ਲੈਣਾ, ਬਿਕਾਜ਼ ਇਟਸ ਸੇਫ ਫॉर द ਰੀਅਲਟਰ ਐਜ਼ ਵੈਲ ਐਂਡ ਇਟਸ ਸੇਫ ਫॉर ਯੂ, ਤੁਹਾਡੇ ਪੈਸੇ ਵਾਪਸ ਮੋੜ ਆਉਣ, ਬਿਕਾਜ਼ ਬਹੁਤ ਪ੍ਰੋਜੈਕਟਸ ਬੰਦ ਹੋ ਚੁੱਕੇ ਨੇ। ਜਲਸਾ ਮੈਂ ਕਲੀਅਰ ਕਰਨਾ ਚਾਹੁੰਦਾ ਜੀ। ਯੈਸ, ਨਹੀਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਪਰ ਹੁਣ ਜਿਉਂ ਅੱਜ ਵੀ ਦੇਖੋ ਇਹ ਸਿਚੁਏਸ਼ਨ ਆ ਨਾ ਵੀ ਰੀਓਪਨਿੰਗ ਹੋਏਗੀ ਤੇ ਲੱਗਦਾ ਥੋੜੀ ਜਿਹੀ ਮਾਰਕੀਟ ਇੱਕ ਵਾਰ ਕੂਲ ਡਾਊਨ ਹੋ ਸਕਦੀ ਆ। ਤੁਹਾਨੂੰ ਪਤਾ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਵਾਇਰਸ ਦੇ ਵਿੱਚ ਇਨਕਮ ਉਡੋ ਗੇੜ ਰਹੀ, ਇਨਕਮ ਰਾਦਰ ਵੱਧ ਗਈ ਹਨਾ, ਖਾਸ ਤੌਰ ਤੇ ਐਸੈਂਸ਼ੀਅਲ ਜੌਬਸ ਦੇ ਵਿੱਚ ਖਾਸ ਤੌਰ ਤੇ, ਜਾਂ ਫਿਰ ਅਦਰਵਾਈਜ਼ ਤੁਹਾਨੂੰ ਪਤਾ ਹੀ ਵੀ। ਮੈਂ ਸੋਚਿਆ ਤੁਸੀਂ ਕਿਤੇ ਹੋਰ ਗੱਲ ਲੈ ਕੇ ਜਾ ਰਹੇ ਹੋ, ਇਨਕਮ ਵੱਧ ਗਈ ਐਜ਼ ਇਨ ਜੋ ਟਰੂਡੋ ਸਰਕਾਰ ਨੇ ਸਾਡੇ ਝੋਲੀ ਦੇ ਵਿੱਚ ਜਿਹੜੇ ਪੈਸੇ ਪਾਏ ਸੀ, ਮੈਂ ਉਹਦੀ ਸੋਚ ਮੈਂ ਤਾਂ ਹੱਸ ਰਿਹਾ। ਯਾ ਉਹ ਤੇ ਜੇ ਪਾਉਣੇ ਜਾਰੀ ਨੇ ਜੀ, ਚਲੋ ਲੋੜ ਵੀ ਹੋ ਸਕਦੀ ਬਹੁਤ ਸਾਰੇ ਭੈਣ ਭਰਾਵਾਂ ਨੂੰ, ਪਰ ਬਹੁਤ ਸਾਰਾ ਜਿਹੜਾ ਲੋਕਾਂ ਦੇ ਖਜ਼ਾਨੇ ਭਰਪੂਰ ਹੋਏ ਕੰਮ ਨਾਲੋਂ ਬੈਟਰ ਜਾਣੀ ਉਹਨਾਂ ਬੈਨੀਫਿਟਸ ਦੇ ਨਾਲ, ਉਹਦੇ ਨਾਲ ਫਿਰ ਜਿਹੜੀਆਂ ਇਹ ਮਾਰਕੀਟਸ ਦੇ ਵਿੱਚ ਸਪਾਈਕਿੰਗ ਹੋਣ ਲੱਗਾ। ਜੋਲ ਸਾਹਿਬ ਮੈਨੂੰ ਗੱਲ ਯਾਦ ਹੈ ਕਿ ਗੱਲਾਂ 'ਚ ਗੱਲਾਂ ਨਿਕਲਦੀਆਂ, ਮੈਂ ਨਾ ਇੱਕ ਕਲਾਇੰਟ ਨੂੰ ਮਿਲਿਆ ਐਂਡ ਉਹ ਮੈਂ ਉਹਨਾਂ ਨੂੰ ਸਾਲ ਪਹਿਲਾਂ ਮਿਲਿਆ ਸੀ ਜੋਲ ਸਾਹਿਬ, ਤੇ ਕਹਿੰਦੇ ਯਾਰ ਜੀ ਸਾਡੇ ਕੋਲ ਅਫੋਰਡ ਨਹੀਂ ਹੋਣਾ, ਸਾਡੇ ਕੋਲ ਨਹੀਂ, ਸਾਡੇ ਬਹੁਤ ਕਰਜ਼ਾ ਸਾਡੇ ਸਿਰ ਤੇ। ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ। ਉਹੀ ਕਲਾਇੰਟ ਮੈਨੂੰ ਪਰਸੋਂ ਮਿਲੇ, ਕਹਿੰਦੇ ਯਾਰ ਜੀ ਅਸੀਂ ਸਾਰੇ ਕਰਜ਼ੇ ਲਾਤੇ। ਮੈਂ ਕਿਹਾ ਕਿੱਦਾਂ, ਕੋਈ ਲੋਟਰੀ ਨਿਕਲੀ? ਕਹਿੰਦੇ ਨਹੀਂ ਟਰੂਡੋ ਸਰਕਾਰ। ਚਲੋ ਬਹੁਤ ਅੱਛਾ, ਪਰ ਉਹ ਹਜੇ ਆਡਿਟ ਜਿਹੜੇ ਆ ਜੀ ਸਾਰਿਆਂ ਦੇ ਆਉਣੇ ਆ, ਸ਼ਾਇਦ ਕਈ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਾਤ ਪਏਗੀ ਜਿਨ੍ਹਾਂ ਨੇ ਜਾਨੀ ਜਿਹੜੇ ਐਲੀਜੀਬਲ ਨਹੀਂ ਸੀ ਤੇ ਵੀ ਉਹਨਾਂ ਨੇ ਲੈ ਲਏ ਜੀ। ਹਜੇ ਤੇ ਉਹਨਾਂ ਨੇ ਦਿੱਤੇ ਹੀ ਆ, ਪਰ ਉਹ ਜੇ ਦੇ ਸਕਦੇ ਆ ਇਸ ਤਰੀਕੇ ਦੇ ਨਾਲ ਤੇ ਲੈਣਾ ਵੀ ਜਾਣਦੇ ਆ। ਚਲੋ ਉਹ ਆਉਣ ਵਾਲੇ ਸਮੇਂ ਦੀ ਗੱਲ ਆ, ਪਰ ਜਿਸ ਕਰਕੇ ਬਿਲਕੁਲ ਜੀ ਇਹ ਸਿਚੁਏਸ਼ਨ ਆ ਜਿਹੜੀ ਮਾਰਕੀਟ ਦੀ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਡਗਮਗਵਾ ਵੀ ਸਕਦੀ ਆ, ਕਿਉਂਕਿ ਹੁਣ ਗਾਂ ਜਦੋਂ ਇੰਟਰਸਟ ਰੇਟ ਵੀ ਅਪ ਜਾਣਾ ਨਾ ਜੀ, ਬਹੁਤ ਸਾਰੀਆਂ ਜਿਹੜੀਆਂ ਸਿਚੁਏਸ਼ਨ ਆ ਉਹ ਲੋਕਾਂ ਦੇ ਸਾਹਮਣੇ ਆ ਸਕਦੀਆਂ ਤੇ ਜਿਸ ਕਰਕੇ ਮਾਰਕੀਟ ਆ ਜਿਹੜੀ ਥੋੜੀ ਅਨਸਟੇਬਲ ਹੋ ਸਕਦੀ ਆ। ਜੋਲ ਸਾਹਿਬ ਆਓ ਫਿਰ ਗੱਲਬਾਤ ਕਰੀਏ। ਮੈਂ ਆਲਵੇਜ਼ ਕਹਿੰਦਾ ਕਿ ਜਿਹੜੇ ਵੀ ਨਾਮ ਬਰੈਂਪਟਨ ਫਲਾਵਰ ਸਿਟੀ ਰੱਖਿਆ ਉਹਨੇ ਕੋਈ ਸੋਚ ਸਮਝ ਕੇ ਰੱਖਿਆ ਹੋਵੇਗਾ। ਹੁਣ ਮੈਂ ਕੱਲ ਰੀਜਨਲ ਕਾਉਂਸਲਰ ਢਿੱਲੋਂ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ, ਮੈਂ ਕਿਹਾ ਆਪਣੀ ਕਮੇਟੀ ਤੋਂ ਅਨੋਨਿਮਸ ਇਹ ਵੀ ਪਾਸ ਕਰਾ ਲਓ ਕਿ ਲੋਗੋ ਵੀ ਚੇਂਜ ਕੀਤਾ ਜਾਵੇ ਤੇ ਲੋਗੋ ਦਾ ਰੰਗ ਵੀ ਗ੍ਰੀਨ ਕੀਤਾ ਜਾਵੇ, ਬਿਕਾਜ਼ ਹੁਣ AGCO ਨੇ ਵੀ ਕਹਿਤਾ ਹੈ ਅਪਰੂਵਡ ਕਿ 18 ਸਟੋਰਸ ਐਂਡ ਪਲੱਸ ਸਾਡੇ ਸ਼ਹਿਰ ਬਰੈਂਪਟਨ ਦੇ ਵਿੱਚ ਆ ਰਹੇ ਨੇ। ਯਾ ਨਹੀਂ ਦੇਖੋ ਵੀ ਇਹ ਜਿਹੜੇ ਨੰਬਰਸ ਆ ਨਾ ਇਹ ਪਿਛਲੇ ਮਹੀਨਿਆਂ ਤੋਂ ਗਰੋ ਕਰ ਰਹੇ ਆ, ਕੰਟੀਨਿਊਸਲੀ ਕਰ ਰਹੇ ਆ, ਤੇ ਜਿਉਂ-ਜਿਉਂ ਇਹ ਗਰੋ ਹੁੰਦੇ ਆ ਨੰਬਰ ਅੱਪ ਜਾਂਦੇ ਆ। ਅਸੀਂ ਐਵਰੀ ਮੰਥ ਕੋਸ਼ਿਸ਼ ਕਰਦੇ ਆ ਜੀ, ਜਿੱਦਾਂ ਵੀ ਇਹ ਵਾਟਰ ਸਰਚਾਰਜ ਦਾ ਵੀ ਖਬਰ ਮੇਰਾ ਖਿਆਲ ਅੱਜ ਆਪਾਂ ਇਹ 6ਵੀਂ ਵਾਰ ਤੇ ਮੈਨੂੰ ਯਾਦ ਆ ਵੀ ਜਦੋਂ ਜੂਨ 'ਚ ਇਹ ਸਰਚਾਰਜ ਆਉਣਾ ਸੀ ਨਾ ਉਦੋਂ ਤੋਂ ਅਸੀਂ ਪਬਲਿਸ਼ ਕਰਨੀ ਸ਼ੁਰੂ ਕੀਤੀ। ਬਿਲਕੁਲ ਜੋਲ ਸਾਹਿਬ ਹੈ, ਤੇ ਹੁਣ ਅੱਜ ਵੀ ਜਾਣੀ ਬਹੁਤ ਸਾਰੇ ਲੋਕ ਇਹਨੂੰ ਪਹਿਲੀ ਵਾਰੀ ਦੇਖ ਰਹੇ ਆ। ਸੋ ਇਸ ਕਰਕੇ ਹੁਣ ਹੱਥ 'ਚ ਫੜੇ ਫੋਨ ਦੇ ਵਿੱਚੋਂ ਜੇ ਇਨਫੋਰਮੇਸ਼ਨ ਖੋਲ ਕੇ ਪੜ੍ਹ ਹੀ ਨਹੀਂ ਸਕਦੇ ਤੇ ਫਿਰ ਕਸੂਰ ਤੇ ਹੁਣ ਸਿਸਟਮ ਦਾ ਨਹੀਂ ਨਾ ਹੋ ਸਕਦਾ। ਉਹ ਤੇ ਹੁਣ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਵੀ ਚੀਜ਼ਾਂ ਭੇਜਦੇ ਆ ਪੜ੍ਹੇ ਬਿਨਾਂ ਹੀ, ਜਾਣੀ ਕਿ ਜਿਹੜਾ ਉਹਨੂੰ ਅਣਦੇਖਾ ਕਰਨਾ ਤੇ ਫਿਰ ਨਹੀਂ ਪਤਾ ਲੱਗਦਾ ਵੀ ਅਸੀਂ ਕਹਿਣਾ ਕੀ ਚਾਹੁੰਦੇ ਜਾਂ ਵੀ ਇੱਕ ਕੰਟਰੀ ਦੇ ਵਿੱਚ ਕੀ ਕੁਝ ਹੋ ਰਿਹਾ। ਅੱਛਾ, ਤੇ ਉਸੇ ਲਿਹਾਜ਼ ਨਾਲ ਇਹ ਵੀ ਭੰਗ ਦੇ ਸਟੋਰ ਇਹ ਜਦੋਂ ਤੋਂ ਅਪਰੂਵ ਹੋਏ ਆ, ਜੋ ਸਿਚੁਏਸ਼ਨ ਬਣ ਰਹੀ ਆ ਬਰੈਂਪਟਨ ਦੇ ਵਿੱਚ, ਅਸੀਂ ਪਹਿਲੇ ਦਿਨ ਤੋਂ ਇਹ ਰਿਪੋਰਟ ਕਰ ਰਹੇ ਹਾਂ ਤੇ ਜਿਉਂ-ਜਿਉਂ ਇਹ ਨੰਬਰਸ ਆ ਜਿਹੜੇ ਅਪ ਜਾ ਰਹੇ ਆ ਉਹ ਵੀ ਅਸੀਂ ਦੱਸ ਰਹੇ ਹਾਂ। ਹੁਣ ਇਹ ਦੇਖਿਆ ਵੀ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਹੀ ਜਾਣੀ ਕਿ ਇਹ 2 ਦਰਜਨ ਤੋਂ ਵੱਧ ਕੇ 3.5 ਦਰਜਨ ਸਟੋਰਸ ਦੀ ਜਿਹੜੀ ਆ ਗਿਣਤੀ ਐਕਸਪੈਕਟ ਕੀਤੀ ਜਾਂਦੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 18 ਇਹ 1.5 ਦਰਜਨ ਤਾਂ ਅਪਰੂਵ ਹੋ ਚੁੱਕੇ ਆ, ਇਹ ਤਾਂ ਖੁੱਲ੍ਹਣੇ ਹੀ ਖੁੱਲ੍ਹਣੇ ਆ। ਬਾਕੀ ਜਿਹੜੀਆਂ 22 ਐਪਲੀਕੇਸ਼ਨ, ਸੋ ਇਹ ਪਿਛਲੇ ਹਫ਼ਤੇ 39 ਸੀਗੇ ਟੋਟਲ ਸਟੋਰ ਕਹਿ ਲਓ, ਹੁਣ ਇਹ 40 ਦਾ ਅੰਕੜਾ ਜਿਹੜਾ ਪੂਰਾ ਕਰ ਲਿਆ ਗਿਆ। ਅਜੇ ਇਹਦੇ ਤੇ ਕੋਈ ਪਾਬੰਦੀ ਨਹੀਂ ਹੈ, ਹੋਰ ਵਧਣ ਦੀ ਉਮੀਦ ਕੀਤੀ ਜਾ ਸਕਦੀ ਆ ਹਾਲ ਦੀ ਘੜੀ ਜੋ ਸਿਚੁਏਸ਼ਨ ਹੈ। ਐਂਡ ਜੋਲ ਸਾਹਿਬ ਕੱਲ ਮੈਂ ਢਿੱਲੋਂ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਤੁਹਾਡੇ ਸ਼ਹਿਰ ਦੇ ਵਿੱਚ ਇੰਨੀ ਖੂਬਸੂਰਤ ਮਾਹੌਲ ਹੁੰਦਾ ਸੀ, ਹੁਣ ਸਾਰੇ ਜਾਣੇ ਜਿੰਨੇ ਵੀ ਨੇ ਉਹ ਮੂਵ ਹੋ ਰਹੇ ਨੇ ਐਰਨ, ਜਾਰਜ ਟਾਊਨ, ਕੈਲਟਨ ਤੋਂ ਦੂਰ, ਜਾਂ ਕਈ ਤਾਂ ਸਟ੍ਰੈਟਫੋਰਡ ਦੇ ਵਿੱਚ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਦੂਰ ਜਾਣਾ ਚਾਹੁੰਦੇ ਬਿਕਾਜ਼ ਸਾਡੇ ਬੱਚਿਆਂ ਦਾ ਭਵਿੱਖ ਬਰੈਂਪਟਨ ਸ਼ਹਿਰ ਦੇ ਵਿੱਚ ਰਹਿ ਕੇ ਕਿਤੇ ਵਿਗੜ ਨਾ ਜਾਵੇ। ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਉਹ
ਦੂਸਰੇ ਪਾਸੇ ਇਹ ਹੈ ਜੀ ਵੀ ਇੱਧਰੋਂ ਹੁਣ ਪੈਸੇ ਬਣਾ ਕੇ ਲੋਕ ਰੀਅਲ ਸਟੇਟ ਵੀ ਉਹਦੇ ਵਿੱਚ ਫੈਕਟਰ ਆ ਵੀ ਜੇ ਲੱਖ 2 ਲੱਖ ਹੋਰ ਲਾਗਲੇ ਸ਼ਹਿਰ 'ਚ ਸਸਤਾ ਘਰ ਹੈ ਤੇ ਇੱਧਰੋਂ ਪੈਸੇ ਕੱਢ ਕੇ ਉੱਧਰ ਹਨਾ। ਤੇ ਹੁਣ ਅੱਜ ਕੱਲ੍ਹ ਇਹ ਵੀ ਇੱਕ ਟ੍ਰੇਡ ਹੀ ਬਣ ਗਿਆ ਵੀ ਘਰ ਦੇ ਨਾਲ ਜਿਹੜਾ ਇਮੋਸ਼ਨਲੀ ਆਪਾਂ ਪਹਿਲਾਂ ਜੁੜਦੇ ਹੁੰਦੇ ਸੀ ਸਦੀਆਂ ਪਹਿਲਾਂ ਵੀ ਇੱਕ ਘਰ ਹੈ ਉੱਥੇ ਸਾਰੀਆਂ ਉਮਰਾਂ ਗੁਜ਼ਾਰ ਦੇਣੀਆਂ ਪੀੜ੍ਹੀਆਂ ਨੇ, ਉਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਹੁਣ ਚੇਂਜ ਹੋ ਗਈਆਂ। ਬਟ ਦੂਸਰੇ ਪਾਸੇ ਇਹ ਹੈ ਜੀ ਵੀ ਇਹ ਫੁੱਲਾਂ ਦਾ ਸ਼ਹਿਰ ਜਾਂ ਫਿਰ ਅਸੀਂ ਕੁਆਲਿਟੀ ਜੋਬ ਦੀ ਗੱਲ ਕਰਦੇ ਹਾਂ, ਕੁਆਲਿਟੀ ਬਿਜ਼ਨਸ ਦੀ ਗੱਲ ਕਰਦੇ ਹਾਂ ਵੀ ਹੁਣ ਹੋਰ ਕਿਹੜਾ ਬਿਜ਼ਨਸ ਆ ਜਿਹਦੀਆਂ ਬਰੈਂਪਟਨ ਦੇ ਵਿੱਚ 40 ਲੋਕੇਸ਼ਨ ਕੋਈ ਹੈ, ਇਹੀ ਆ ਨਾ ਇੱਕ ਜਿਹਦੀਆਂ 40 ਲੋਕੇਸ਼ਨ ਹੋਣਗੀਆਂ। ਸੋ ਫਿਰ ਇਹ ਜਾਣੀ ਕਿ ਬਰੈਂਪਟਨ ਨੂੰ ਆਪਾਂ ਕੁਆਲਿਟੀ ਜੋਬ ਤੇ ਕੁਆਲਿਟੀ ਬਿਜ਼ਨਸ ਆ ਤੇ ਜਾਣੀ ਭੰਗ ਦੀਆਂ ਦੁਕਾਨਾਂ ਦੇ ਵਿੱਚ ਫਿਰ ਬਰੈਂਪਟਨ 'ਚ ਜੇ ਖੁੱਲਣਗੀਆਂ ਤੇ ਕੰਮ ਵੀ ਤੇ ਬਰੈਂਪਟਨ ਦੇ ਲੋਕ ਹੀ ਕਰਨਗੇ ਨਾ ਉੱਥੇ। ਜੀ ਬਿਲਕੁਲ 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 ਸ਼ਹਿਰਾਂ ਦੇ। ਸੋ ਉਸ ਤਰੀਕੇ ਦੇ ਨਾਲ ਇਹ ਆ ਵੀ ਇਹ ਬਰੈਂਪਟਨ ਨੂੰ ਹੁਣ ਜਾਣੀ ਕਿ ਇਸ ਤਰ੍ਹਾਂ ਦਾ ਕਲਚਰ ਇਹ ਜਿਹੜੀ ਸਿਟੀ ਕੌਂਸਲ ਆ ਉਹ ਦੇ ਕੇ ਜਾ ਰਹੀ ਆ ਅਗਲੀ ਸਦੀ ਵਾਸਤੇ। ਜਦੋਂ 100 ਸਾਲ ਬਾਅਦ ਜਾਣੀ ਕਿ ਲੋਕ ਕਿਤੇ ਵਿਚਾਰ ਕਰਨਗੇ ਵੀ ਇੱਥੇ ਭੰਗ ਦੀ ਹਿਸਟਰੀ ਕਿੱਦਾਂ ਇਹ ਸਭ ਕੁਛ ਖੁੱਲਿਆ ਨਾ ਤੇ ਆਸ ਪਾਸ ਤੇ ਕਿਸੇ ਸ਼ਹਿਰ ਨੇ ਨਹੀਂ ਖੁੱਲਣ ਦਿੱਤੀ ਤੇ ਬਰੈਂਪਟਨ ਨੇ ਜਾਣੀ ਇਹਦੀ ਲੋੜ ਮਹਿਸੂਸ ਕੀਤੀ। ਤੇ ਲੋੜ ਵੀ ਇਹ ਨਹੀਂ ਮਹਿਸੂਸ ਕੀਤੀ ਵੀ ਜੇ 8-9 ਸ਼ਰਾਬਾਂ ਦੇ ਸਟੋਰਾਂ ਦੇ ਨਾਲ ਬਰੈਂਪਟਨ ਵੈਲ ਸਰਵ ਆ ਤੇ ਫਿਰ ਇੱਥੇ 8-9 ਭੰਗ ਦੇ ਸਟੋਰ ਕਿਉਂ ਨਹੀਂ ਸੀ ਰੱਖੇ ਜਾ ਸਕਦੇ, ਇਹ 40-50 ਕਿਉਂ ਹੋ ਗਏ। ਬਿਲਕੁਲ ਇਹ ਕੁਐਸਚਨ ਅਸੀਂ ਢਿੱਲੋਂ ਸਾਹਿਬ ਨੂੰ ਹੀ ਪੁੱਛਿਆ ਬਟ ਉਹਨਾਂ ਨੇ ਇੱਕੋ ਗੱਲ ਗੋਲ ਮੋਲ ਕਰਤੀ ਕਿ ਤੁਸੀਂ ਆਪਣੇ ਲਾਗਲੇ ਸਿਟੀ ਕਾਉਂਸਲਰ ਨਾਲ ਗੱਲਬਾਤ ਕਰ ਲਓ ਜੀ ਐਂਡ ਸੀ ਇਫ ਯੂ ਕੈਨ ਸਟਾਪ ਦਿਸ। ਬਟ ਲੈਟਸ ਸੀ ਤੁਸੀਂ ਹਾਲੇ ਵੀ ਟਰਾਈ ਕਰ ਸਕਦੇ ਹੋ ਜੀ ਬਟ ਮੈਨੂੰ ਨਹੀਂ ਲੱਗਦਾ ਇਹ ਸਟੱਡੀ ਸੁਣਨਗੇ। 905-813-1320 ਦੀਪ ਟਰੱਕ ਡਰਾਈਵਿੰਗ ਐਂਡ ਫੋਰਕਲਿਫਟ ਟ੍ਰੇਨਿੰਗ ਸਕੂਲ। ਤੁਸੀਂ ਨਵੇਂ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ, ਟਰੱਕ ਸਿੱਖਣਾ ਚਾਹੁੰਦੇ ਹੋ, ਬਾਈ ਜੀ ਇਹਨਾਂ ਕੋਲ ਐਕਸਪੀਰੀਅੰਸਡ ਟੀਚਰਸ ਨੇ ਐਂਡ ਤੁਹਾਨੂੰ ਬਹੁਤ ਹੀ ਵਧੀਆ ਤਾਦਾਦ ਦੇ ਵਿੱਚ AZ ਦੀ ਟ੍ਰੇਨਿੰਗ, 에ਅਰ ਬ੍ਰੇਕ, ਲੌਗ ਬੁੱਕ ਟ੍ਰੇਨਿੰਗ ਸਾਰਾ ਕੁਛ ਕੋਰਸਿਸ ਕਰਕੇ ਦੇਣਗੇ, ਪਾਸ ਕਰਾ ਕੇ ਦੇਣਗੇ। ਦੈਟ ਇਜ਼ ਦੀਪ ਟਰੱਕ ਡਰਾਈਵਿੰਗ ਐਂਡ ਫੋਰਕਲਿਫਟ ਟ੍ਰੇਨਿੰਗ 6473744441। ਉਸ ਤੋਂ ਬਾਅਦ ਫਿਰ DCJ ਲੋਜਿਸਟਿਕਸ ਵਾਲਿਆਂ ਨੂੰ ਜੁਆਇਨ ਕਰ ਸਕਦੇ ਹੋ। ਉਹਨਾਂ ਨੂੰ ਓਨਰ ਆਪਰੇਟਰਸ ਮਿਡਵੈਸਟ USA ਕੈਲੀਫੋਰਨੀਆ ਟੋਰਾਂਟੋ ਟੂ ਮੌਂਟਰੀਅਲ ਵਾਸਤੇ ਓਨਰ ਆਪਰੇਟਰਸ ਚਾਹੀਦੇ ਨੇ। ਕਾਲ ਕਰ ਸਕਦੇ ਹੋ HR ਡਿਪਾਰਟਮੈਂਟ 647-646-1112 647-646-1112। ਜੋਲ ਸਾਹਿਬ ਆ ਸੁਣਿਓ ਇੱਕ ਗੱਲ, ਆ ਵੇਖੋ ਇਹ ਘੰਟੀ ਆ। ਹਾਂਜੀ ਇਹ ਮੈਨੂੰ ਲੋਲੀਪੌਪ ਤੇ ਲੋਲੀਪੌਪ ਨਜ਼ਰ ਆ ਰਹੇ ਨੇ ਸਾਰੇ ਪਾਸੇ ਬਿਕਾਜ਼ ਉਧਰੋਂ ਮੈਨੂੰ ਸੁਣਨ 'ਚ ਇਹ ਆ ਰਿਹਾ ਕਿ ਇਲੈਕਸ਼ਨਸ ਵੀ ਸ਼ਾਇਦ ਦਾ ਹਾਂ ਟਾਈਮ ਆ ਚੁੱਕਿਆ ਹੈ ਐਂਡ ਟਰੂਡੋ ਸਰਕਾਰ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਲੀਪੌਪਸ ਦੇ ਰਹੇ ਨੇ। ਇੱਕ ਵਾਰੀ ਫਿਰ ਤੋਂ ਟਰੂਡੋ ਸਰਕਾਰ ਜਨਤਾ ਨੂੰ ਕਰ ਰਹੀ ਹੈ ਖੁਸ਼ as in ਜਿਹੜੇ parents entitled ਨੇ for the CCB will receive additional support। ਕਿਆ ਬਾਤ ਹੈ ਟਰੂਡੋ ਸਾਹਿਬ। ਜੇ ਵੈਸੇ ਆਟਾ ਦਾਲ ਨਾਲ ਲੋਕ ਖਰੀਦੇ ਜਾ ਸਕਦੇ ਆ ਤੇ ਇਹ ਚਲੋ ਵੈਸਟਰਨ ਵਰਲਡ ਦਾ ਇੱਕ ਟੂਲ ਹੋ ਸਕਦਾ ਵੀ ਉਹ ਕੈਸ਼ ਪੈਸੇ ਦੇ ਕੇ ਖਰੀਦ ਰਹੇ ਆ ਇਨਡਾਇਰੈਕਟਲੀ। ਸੋ ਇਹ ਬੱਚਿਆਂ ਦੇ ਵਾਸਤੇ ਚਲੋ ਜੀ ਜਿਹਨਾਂ ਪਰਿਵਾਰਾਂ ਨੂੰ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਇਹਦੇ ਵਿੱਚ ਨਾ ਜਿਹੜੀ ਚਲੋ ਕੋਈ ਇਨਕਮ ਦੀ ਲਿਮਿਟ ਰੱਖੀ ਆ ਜੀ, ਥ੍ਰੈਸ਼ਹੋਲਡ ਰੱਖੀ ਆ ਵੀ ਜਿਨ੍ਹਾਂ ਨੇ $1,20,000 ਜਾਣੀ ਫੈਮਿਲੀ ਦੀ ਇਨਕਮ ਆ ਉਹਨਾਂ ਨੂੰ ਤਾਂ ਜਾਣੀ ਇਹ $1,200 ਜਿਹੜੇ ਆ ਜੀ ਵੀ ਮਿਲਣਗੇ ਜੀ ਤੇ ਬਈ ਉਹਦੀਆਂ 4 ਕਿਸ਼ਤਾਂ 300 ਦੀਆਂ ਮਿਲਣਗੀਆਂ ਤੇ 2 ਆਲਰੇਡੀ ਜਿਹੜੀਆਂ ਨਾ ਕਿਸ਼ਤਾਂ ਇਹ ਲਾਸਟ ਫਰਾਈਡੇ ਰਿਲੀਜ਼ ਵੀ ਹੋ ਗਈਆਂ, ਉਹ ਅਕਾਊਂਟਸ ਦੇ ਵਿੱਚ ਲੋਕਾਂ ਦੇ ਆ ਜਾਣਗੀਆਂ ਜੀ ਤੇ ਬਾਕੀ ਜਿਹੜੀਆਂ ਫਿਰ ਇਹ ਅਗਲੇ ਮਹੀਨੇ ਦੇ ਦੌਰਾਨ ਇਹ ਆਈ ਜਾਣੀਆਂ 30 ਜੂਨ ਤੱਕ। ਤੇ ਦੂਸਰਾ ਇਹ ਹੈ ਜੀ ਵੀ ਜਿਹੜੇ ਫਿਰ ਲੋਕਾਂ ਨੇ $1,20,000 ਤੋਂ ਜ਼ਿਆਦਾ ਇਨਕਮ ਬਣਾਈ ਆ ਉਹਨਾਂ ਨੂੰ $150 ਦੀ ਜਿਹੜੀ ਕਿਸ਼ਤ ਹੋਣੀ ਸੋ ਉਹਨਾਂ ਨੂੰ ਕਹਿ ਲਓ ਵੀ ਅੱਧੇ ਮਿਲਣਗੇ। ਇਹਨੂੰ ਕਹਿੰਦੇ ਇਲੈਕਸ਼ਨ ਦਾ ਲੋਲੀਪੌਪ ਇੰਡੀਆ ਦੇ ਵਿੱਚ। ਤਾਂ ਜਦੋਂ ਇਲੈਕਸ਼ਨ ਸ਼ੁਰੂ ਹੁੰਦੀ ਨਾ ਕਦੇ ਸ਼ਰਾਬ ਦੀਆਂ ਪੇਟੀਆਂ, ਕਦੀ $2,000 ਵੰਡ ਦੋ ਬਈ। ਇਹ ਦੇਖੋ ਇਹ ਵੀ ਇੱਦਾਂ ਦੇ ਟੈਕਟਿਕ ਸਿੱਖ ਕੇ ਆਏ ਨੇ ਮੈਨੂੰ ਲੱਗਦਾ। ਪਰ ਹੁਣ ਏਦਾਂ ਨਾ ਵੀ ਦੇਖੋ ਇੱਕ ਮੇਰੀ ਪੋਲੀਟੀਸ਼ੀਅਨ ਨਾਲ ਗੱਲ ਹੋਈ ਸੀ, ਉਹ ਕਹਿੰਦੇ ਦੇਖੋ ਜੇ ਅਸੀਂ ਕੁਛ ਕਰਦੇ ਆ ਤੇ ਉਹਨੂੰ ਵੀ ਲੋਕ ਮਾੜਾ ਕਹਿ ਦਿੰਦੇ ਆ ਤੇ ਜੇ ਅਸੀਂ ਕੁਛ ਨਹੀਂ ਕਰਦੇ ਆ ਫਿਰ ਤੇ ਚਲੋ ਕਹਿਣਾ ਹੀ ਕਹਿਣਾ ਆ ਵਟ ਯੂ ਡੂ। ਲੋਕਾਂ ਨੇ ਤੇ ਕੋਈ ਨਾ ਕੋਈ ਕ੍ਰਿਟਿਸਾਈਜ਼ ਜਿੰਨਾ ਨੇ ਕਰਨਾ ਉਹਨਾਂ ਨੇ ਤਰੀਕਾ ਲੱਭ ਲੈਣਾ ਵੀ ਅਸੀਂ ਹੁਣ ਜੋ ਸਾਨੂੰ ਚੰਗਾ ਲੱਗਾ ਬੱਚੇ ਆ ਜਿਹੜੇ ਚਿਲਡਰਨ ਆ ਜੀ ਘਰਾਂ ਦੇ ਵਿੱਚ ਆ ਵੀ ਪੇਰੈਂਟਸ ਦੇ ਜਿਹੜੇ ਉਹ ਖਰਚੇ ਵਧੇ ਹੋ ਸਕਦੇ ਆ ਚਲੋ ਉਹਦੇ ਨਾਲ ਉਹਨਾਂ ਨੂੰ ਹੈਲਪ ਹੋ ਜਾਏਗੀ। ਸੋ ਦਿਸ ਇਜ਼ ਵਾਟ ਦ ਥਾਟ ਬਿਹਾਈਂਡ ਦੇ ਆਰ ਸੇਇੰਗ ਕਿ ਵੀ ਇਸ ਤਰ੍ਹਾਂ ਤੇ ਐਨੀਵੇਜ਼ ਫਿਰ ਦੂਸਰੇ ਪਾਸੇ ਇਹ ਆ ਜੀ ਵੀ ਇਸ ਤਰ੍ਹਾਂ ਦੇ ਕੈਸ਼ ਬੈਨੀਫਿਟਸ ਦੇ ਨਾਲ ਥੋੜਾ ਜਿਹਾ ਲੱਗ ਰਿਹਾ ਵੀ ਜਿਹੜੀ ਇਹ ਪੋਪੂਲੈਰਿਟੀ ਲਗਾਤਾਰ ਦੇ ਨਾਲ ਅੱਪ ਜਾ ਰਹੀ ਆ ਉਹਨੂੰ ਥੋੜਾ ਜਿਹਾ ਹੋਰ ਇਨਕਰੀਜ਼ ਕਰਕੇ ਲੱਗ ਰਿਹਾ ਵੀ ਇਲੈਕਸ਼ਨ ਦਾ ਜਿਹੜਾ ਮਾਹੌਲ ਆ ਇਸ ਸਾਲ ਦੇ ਐਂਡ ਤੋਂ ਪਹਿਲਾਂ ਬਣਨਾ ਹੈ ਜੀ। 905-813-1320 ਬਰਾੜ ਦੀ ਹਰ ਲੋਕੇਸ਼ਨ ਤੇ ਤੁਸੀਂ Uber Eats, Skip the Dishes ਅਤੇ DoorDash ਮੰਗਾ ਸਕਦੇ ਹੋ। ਬਰਾਡਸ ਦ ਨੇਮ ਯੂ
ਕੈਨ ਟਰਸਟ। ਤਾਜ਼ੀਆਂ ਸਬਜ਼ੀ ਤੁਸੀਂ ਫਾਰਮ ਤੋਂ ਐਂਡ ਤੁਹਾਡੇ ਐਂਡ ਘਰ ਦੇ ਵਿੱਚ ਤੁਸੀਂ ਖਾਣਾ ਚਾਹੁੰਦੇ ਹੋ, ਦੈਟ ਇਜ਼ ਕੈਲਡਨ ਸਬਜ਼ੀ ਫਾਰਮ ਕੈਸ਼ ਐਂਡ ਕੈਰੀ, ਜਿੱਥੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਸਿੱਖ ਸਕਦੇ ਹੋ ਤੁਸੀਂ ਕਿੱਦਾਂ ਬੀਜ ਸਕਦੇ ਹੋ ਆਪਣੇ ਪ੍ਰੋਡਕਟਸ ਆਪਣੇ ਬੈਕਯਾਰਡ ਦੇ ਵਿੱਚ। ਐਂਡ ਤਾਜ਼ੀਆਂ ਸਬਜ਼ੀਆਂ ਤੇ ਫਲ ਫਰੂਟ ਵਾਸਤੇ 에ਅਰਪੋਰਟ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ ਕੈਲਡਨ ਸਬਜ਼ੀ ਫਾਰਮ ਨੂੰ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 9059653633 ਐਂਡ ਜੌਬਸ ਮਿਸਾਗਾ ਦੇ ਵਿੱਚ ਜੌਬਸ ਦੀ ਲੋੜ ਹੈ। ਮੇਵਿਸ ਅਤੇ ਬਰਨਨਥੋਰਪ ਵੁਲਫਡੇਲ ਵਾਲੀ ਇੰਟਰਸੈਕਸ਼ਨ ਦੇ ਵਿੱਚ ਰਾਜ ਗਰੇਵਾਲ ਜੀ ਨੂੰ ਕਾਲ ਕਰ ਸਕਦੇ ਹੋ। ਤੁਸੀਂ ਜੌਬ ਦੀ ਭਾਲ ਦੇ ਵਿੱਚ ਹੋ 6475260747 6475260747 ਤੇ ਕਾਲ ਕਰ ਸਕਦੇ ਹੋ। ऑन्टेरियो ਦੀ ਗੱਲਬਾਤ ਕਰ ਲਈ ਕਿ ਬਹੁਤ ਖੁਸ਼ੀ ਦੀ ਖਬਰ ਹੈ ਕਿ ਸੈਕੰਡ ਡੋਜ਼ ਰੋਲ ਆਊਟ ਹੋਣ ਜਾ ਰਿਹਾ। ਜੌਲ ਸਾਹਿਬ ਮੇਰੇ ਕੰਨ ਤਰਸ ਕੇ ਲੋਕਾਂ ਨੇ ਸੁਣ ਕੇ ਕਿ ਹਾਂ ਵੀ ਹੁਣ ਲਾਈਟ ਨਜ਼ਰ ਆ ਰਹੀ ਹੈ ਕਿ ਸ਼ਾਇਦ ਅਸੀਂ ਬੈਕ ਟੂ ਨਾਰਮਲ ਵੀ ਜਾ ਸਕਦੇ ਹਾਂ। ਯੈਸ, ਵੈਸੇ ਤੇ 1 ਡੋਜ਼ ਵੀ ਜਿਹੜੀ ਲੱਗ ਗਈ ਆ ਤੇ ਉਹ ਇੱਕ ਜਾਨੀ ਰਾਈਟ ਡਾਇਰੈਕਸ਼ਨ ਵਾਲੇ ਪਾਸੇ ਨੂੰ ਵੱਡਾ ਸਟੈਪ ਆ, ਕਿਉਂਕਿ 1 ਡੋਜ਼ ਲੱਗਣ ਤੋਂ ਬਾਅਦ ਵੀ 2-3 ਹਫ਼ਤਿਆਂ ਬਾਅਦ ਜਿਹੜੀ ਇਮਿਊਨਿਟੀ ਆ ਬੋਡੀ ਦੇ ਵਿੱਚ ਡਾਕਟਰ ਕਹਿ ਰਹੇ ਆ ਵੀ ਬਿਲਡ ਹੋ ਹੀ ਜਾਂਦੀ ਆ, ਤੇ ਉਹ ਫਿਰ ਜੇ ਅਟੈਕ ਹੋਵੇ ਕਰੋਨਾ ਵਾਇਰਸ ਦਾ ਉਸ ਬੋਡੀ ਤੇ ਫਿਰ ਉਹਨੇ ਸਵੀਅਰ ਜਿਹੜੇ ਉਹਦੇ ਕੰਸੀਕੁਐਂਸਸ ਨਹੀਂ ਹੁੰਦੀ, ਫਿਰ ਡੈਥ ਤੱਕ ਗੱਲ ਨਹੀਂ ਜਾਂਦੀ। ਤੇ ਦੂਸਰਾ ਫਿਰ ਨੱਕ ਤੇ ਗਲੇ ਵਾਲੀ ਵੀ ਗੱਲ ਆਪਾਂ ਦੱਸੀ ਜਾਂਦੇ ਆ ਵੀ ਦਵਾਈਆਂ ਇਹ ਵੈਕਸੀਨ ਦੇ ਟੀਕੇ ਵੀ ਲਵਾਓ ਤੇ ਨੱਕ ਤੇ ਗਲੇ ਵਾਲੀ ਗੱਲ ਛੱਡੋ ਹੀ ਨਾ, ਹਨਾ। ਤੇ ਉਹਦੇ ਨਾਲ ਹੋ ਸਕਦਾ ਗਾਂ ਚੱਲ ਕੇ ਫਲੂ ਸ਼ਾਟ ਦੀ ਕਦੀ ਲੋੜ ਨਾ ਪਵੇ। ਤੁਸੀਂ ਦੇਖੋਗੇ, ਐਕਸਪੀਰੀਅੰਸ ਕਰੋਗੇ, ਇਹਨੂੰ ਅਪਣਾ ਕੇ ਦੇਖ ਲਓ। ਨੱਕ ਤੇ ਗਲਾ ਜਿੱਦਾਂ ਅਸੀਂ ਦੱਸਿਆ ਹੋਇਆ ਪਹਿਲਾਂ ਜੂਨ ਪਿਛਲੇ ਸਾਲ ਤੋਂ ਹੀ ਦੱਸਦੇ ਆ ਰਹੇ ਲਗਾਤਾਰ, ਤੇ ਪਈ ਉਹਦੇ ਨਾਲ ਵੀ ਬਹੁਤ ਵੱਡੇ ਫਾਇਦੇ ਜਿਹੜੇ ਭੈਣ ਭਰਾਵਾਂ ਨੂੰ ਹੋਏ ਆ। ਜਦੋਂ ਤੱਕ ਵੈਕਸੀਨ ਨਹੀਂ ਸੀ ਲੱਗੀ ਬੜੇ ਲੋਕ ਖੁਸ਼ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਅਪਣਾਇਆ। ਅੱਛਾ, ਦੂਸਰੀ ਡੋਜ਼ ਕਿਉਂਕਿ ਵੀ ਇਹ ਕੰਪਲੀਟ ਹੋਣਾ ਕੋਰਸ ਜਦੋਂ ਦੂਜੀ ਡੋਜ਼ ਵੀ ਲੱਗ ਸੀਗੀ ਬਜ਼ੁਰਗਾਂ ਦੇ 80 ਸਾਲ ਤੇ ਜਾਂ ਉਸ ਤੋਂ ਜ਼ਿਆਦਾ ਦੇ ਜਿਹੜੇ ਸਵੇਰੇ 8 ਵਜੇ ਅਪੁਆਇੰਟਮੈਂਟ ਬਣਨੀ ਸ਼ੁਰੂ ਹੋ ਗਈ ਆ। ਉਸ ਲਿਹਾਜ਼ ਨਾਲ ਨੈਚੁਰਲੀ ਹੈ ਜੀ ਕਿ ਹੁਣ ਉਹ ਸਪਲਾਈ ਦੇ ਲਿਹਾਜ਼ ਨਾਲ ਕਿਉਂਕਿ 2.5 ਮਿਲੀਅਨ ਤੋਂ ਜ਼ਿਆਦਾ ਇਸ ਵੀਕ ਹੀ ਫਾਈਜ਼ਰ ਦੀਆਂ ਜਿਹੜੀਆਂ ਨਵੀਆਂ ਡੋਜ਼ਸ ਆ ਉਹ ਕੈਨੇਡਾ ਨੂੰ ਮਿਲਣੀਆਂ। ਦੇਖਾਂਗੇ ਕਿ ਜੰਗੀ ਪੱਧਰ ਤੇ ਜਿਹੜੇ ਲੋਕ ਆਪਣਾ ਇਹ ਵੈਕਸੀਨੇਟ ਹੋਣਾ ਚਾਹੁਣਗੇ ਇਸ ਸਮਰ ਦੇ ਐਂਡ ਤੱਕ, ਅਗਸਤ ਤੱਕ ਜਾਨੀ ਪੂਰੀ ਤਰੀਕੇ ਦੇ ਨਾਲ ਲੱਗ ਰਿਹਾ ਵੀ ਉਹ ਵੈਕਸੀਨੇਟ ਹੋ ਚੁੱਕੇ ਹੋਣਗੇ। ਸੋ ਰਾਈਟ ਸਪੀਡ ਤੇ ਜਿਹੜੀ ਹੈ ਜੀ ਵੈਕਸੀਨੇਸ਼ਨ ਪ੍ਰੋਸੈਸ ਹੈ ਓਨਟਾਰੀਓ ਚ ਕੈਨੇਡਾ ਚ ਚੱਲ ਰਹੀ ਹੈ। 9058131320 ਤੁਹਾਡਾ ਵੀ ਕੋਈ ਸਵਾਲ ਜਵਾਬ ਹੋਵੇ ਤੁਸੀਂ ਕਰ ਸਕਦੇ ਹੋ 9058131320। ਜੌਲ ਸਾਹਿਬ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ 215 ਜਿਹੜੇ ਚਿਲਡਰਨ ਉਹਨਾਂ ਦੀ ਬੋਡੀਜ਼ ਲੱਭੀਆਂ ਗਈਆਂ ਸਨ ਇੱਕ ਸਕੂਲ ਇਨ BC ਦੇ ਵਿੱਚ ਦਫਨਾਈਆਂ ਗਈਆਂ ਸੀ ਅਤੇ ਉਸ ਸੰਦਰਭ ਦੇ ਵਿੱਚ PM ਜਸਟਿਨ ਟਰੂਡੋ ਅਨਾਉਂਸਡ ਯੈਸਟਰਡੇ ਦੈਟ ਕੈਨੇਡਾ ਫਲੈਗਸ ਜਿੰਨੇ ਵੀ ਫੈਡਰਲ ਬਿਲਡਿੰਗਸ ਹੋਣਗੇ ਪਾਰਲੀਮੈਂਟ ਬਿਲਡਿੰਗ ਦੀ ਗੱਲਬਾਤ ਕਰ ਲਈ ਹੈ ਜਿੱਥੇ ਵੀ ਝੰਡਾ ਲਹਿਰਾਏਗਾ ਸਾਡਾ ਕੈਨੇਡਾ ਦਾ ਉਹਨੂੰ ਹਾਫ ਕੀਤਾ ਜਾਵੇਗਾ ਇਨ ਦ ਯਾਦ ਆਫ ਦੋਜ਼ 250 ਸਟੂਡੈਂਟਸ। ਸੋ ਵਰਸ਼ ਹੁਣ ਦੈਟ ਇਜ਼ ਮਿਨੀਮਮ ਹੈ ਨਾ ਔਰ ਵਟ ਵੀ ਕੈਨ ਡੂ। ਤੇ ਉਹਦੇ ਵਿੱਚ ਇਹ ਵੀ ਆ ਪਰ ਲੇਕਿਨ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਇਸ ਗੱਲੋਂ ਜ਼ਰੂਰ ਕ੍ਰਿਟਿਸਾਈਜ਼ਮ ਹੋ ਰਿਹਾ ਬਹੁਤ ਲੈਵਲ ਤੇ। ਜਿੰਨਾ ਚਿਰ ਇੰਡੀਜਨਸ ਲੀਡਰਸ ਨੇ ਇਹਦੀ ਮੰਗ ਨਹੀਂ ਕੀਤੀ ਉਹਨਾਂ ਚਿਰ ਆਪਣੇ ਆਪ ਨਹੀਂ ਉਹਨਾਂ ਨੇ ਇਹ ਥਾਟ ਅਪਲਾਈ ਕੀਤਾ। ਤੇ 2 ਦਿਨ ਉਹਨਾਂ ਨੂੰ ਡਿਸਾਈਡ ਕਰਨ ਨੂੰ ਲੱਗੇ ਵੀ 215 ਬੱਚਿਆਂ ਦੀਆਂ ਜੇ ਇਸ ਤਰੀਕੇ ਦੇ ਨਾਲ ਕਬਰਾਂ ਕਹਿ ਲਓ ਵੀ ਮਿਲੀਆਂ ਨੇ ਸਕੂਲ ਦੇ ਅਹਾਤੇ ਦੇ ਵਿੱਚੋਂ ਜਿਹੜਾ ਸਾਡਾ ਸਕੂਲ ਹੈ ਹੁਣ ਉਹ ਰੈਜ਼ੀਡੈਂਸ਼ੀਅਲ ਸਕੂਲ ਕੈਂਪਲੋਸ ਭਈ ਉਹ 2 ਦਿਨ ਨਹੀਂ ਸੀ ਲੱਗਣੇ ਚਾਹੀਦੇ। ਤੇ ਚਿੱਠੀ ਜਦੋਂ ਲਿਖੀ ਗਈ ਬਕਾਇਦਾ ਤੌਰ ਤੇ ਇੰਡੀਜਨਸ ਲੀਡਰਸ ਦੇ ਵੱਲੋਂ ਤੇ ਫਿਰ ਇਹ ਐਕਸ਼ਨ ਜਿਹੜਾ ਲਿਆ ਗਿਆ। ਕੱਲ੍ਹ ਡਿਸਾਈਡ ਕੀਤਾ ਗਿਆ ਫਿਰ ਟਵੀਟ ਵੀ ਕੀਤਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿ ਅਸੀਂ ਝੰਡੇ ਆਪਣੇ ਨੀਵੇਂ ਕਰ ਰਹੇ ਹਾਂ ਤੇ ਫਿਰ ਪਾਰਲੀਮੈਂਟ ਬਿਲਡਿੰਗ ਤੇ ਵੀ ਜਿਹੜਾ ਹਾਫ ਮਾਸਟ ਤੇ ਫਲੈਗ ਸੀਗਾ ਉਹ ਨੈਸ਼ਨਲ ਕੈਨੇਡਾ ਦਾ ਉਹ ਕਰ ਦਿੱਤਾ ਗਿਆ ਸੀ ਕੱਲ੍ਹ। ਤੇ ਇਹ ਐਕਸਪੈਕਟ ਕੀਤਾ ਜਾਂਦਾ ਵੀ 215 ਘੰਟਿਆਂ ਲਈ ਕੀਤੇ ਜਾਣੇ ਆ ਇਹ ਝੰਡੇ ਡਾਊਨ ਹੈ ਨਾ। ਇੱਦਾਂ ਹੀ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਵੀ ਮਿਸੀਸਾਗਾ ਟੋਰਾਂਟੋ ਸਾਰੇ ਸਿਟੀਜ਼ ਵਿੱਚ ਵੀ ਪ੍ਰੋਵਿੰਸਿਸ ਦੇ ਵਿੱਚ ਵੀ ਇਹ ਸ਼ਰਧਾਂਜਲੀ ਦੇਣ ਲਈ ਜੀ ਉਹਨਾਂ ਬੱਚਿਆਂ ਨੂੰ ਜਿਹੜੇ ਵਿਕਟਮਸ ਹੋਏ ਫੈਮਲੀਜ਼ ਤੇ ਜਿਹੜਾ ਵੀ ਅਗਲੇ 9 ਦਿਨ ਬਣਦੇ ਆ 215 ਘੰਟਿਆਂ ਦੇ ਤੇ ਝੰਡੇ ਜਿਹੜੇ ਆ ਇਹ ਸਾਰੇ ਕੈਨੇਡਾ ਦੇ ਵਿੱਚ ਹਰ ਪਾਸੇ ਚਲੋ ਇਹ ਝੁਕੇ ਜਾਣਗੇ। 9058131320 ਇਹ ਖਬਰ ਨੂੰ ਪੜ੍ਹਨ ਵਾਸਤੇ ਮੈਂ ਵੇਟ ਕਰ ਰਿਹਾ ਸੀ ਕਿ ਜੌਲ ਸਾਹਿਬ ਕਦੋਂ ਇਹ ਖਬਰ ਲੈ ਕੇ ਆਉਣਗੇ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਇਨ ਪ੍ਰੋਸੈਸ ਆਫ ਚੇਂਜਿੰਗ ਇਟਸ ਕੈਂਡੀਡੇਟ ਫॉर ਨੈਕਸਟ ਇਲੈਕਸ਼ਨ। ਇਹ ਸੋਰਸਸ ਤੋਂ ਪਤਾ ਲੱਗ ਰਿਹਾ ਕਾਫੀ ਸਰਕੂਲੇਟ ਹੋ ਰਹੀ ਆ ਇਹ ਗੱਲਬਾਤ ਕਮੇਟੀ ਦੇ ਵਿੱਚ। ਪਰ ਦੂਸਰੇ ਪਾਸੇ ਅਜੇ ਪਾਰਟੀ ਨੇ ਭਾਵੇਂ ਅਫੀਸ਼ੀਅਲੀ ਇਹ ਕਨਫਰਮ ਨਹੀਂ ਕੀਤਾ ਪਰ ਇਹ ਗੱਲ ਪਤਾ ਲੱਗ ਰਹੀ ਆ ਵੀ ਬਰੈਂਪਟਨ ਨਾਰਥ ਦੇ ਵਿੱਚ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਉਹ ਕੋਈ ਫੀਮੇਲ ਕੈਂਡੀਡੇਟ ਸ਼ਾਇਦ ਲਿਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ। ਚਲੋ ਜਿਸ ਤਰੀਕੇ ਦੇ ਨਾਲ ਪਾਰਟੀ ਅਨਾਊਂਸ ਕਰੇਗੀ ਉਹ ਦੇਖਿਆ ਜਾਏਗਾ। ਤੇ ਜਿਸ ਕਰਕੇ ਵੀ ਇਹ ਹੁਣ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਬਰੈਂਪਟਨ ਨਾਰਥ ਦੇ ਵਿੱਚ ਕੀ ਨਵੀਂ ਸੱਫਬੰਦੀ ਕਰਦੀ ਆਉਣ ਵਾਲੇ ਵਿੱਚ ਪਤਾ ਲੱਗ ਜਾਊਗਾ। ਲੈਂਦੇ ਨੈਕਸਟ ਕਾਲ ਔਨ ਦੀ 에ਅਰ ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਉਹ ਕੱਟ ਗਏ ਨੇ, ਕੋਈ ਗੱਲ ਨਹੀਂ ਜੀ। ਆਲਰਾਈਟ 9058131320 ਜੌਲ ਸਾਹਿਬ, ਆਪਾਂ ਫਾਰਮਰਸ ਮਾਰਕੀਟ ਦੀ ਗੱਲ ਕਰ ਲਈਏ ਕਿ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਦੇ ਲਾਈਕ ਟੂ ਗੋ ਟੂ ਦ ਫਾਰਮਰਸ ਮਾਰਕੀਟ ਇਨ ਡਾਊਨਟਾਊਨ ਬਰੈਂਪਟਨ, ਕਹਿ ਰਹੇ ਨੇ ਕਿ ਖੁੱਲਣ ਜਾ ਰਿਹਾ ਜੀ। ਯੈਸ, ਇਹਨਾਂ ਵੈਸੇ ਟ੍ਰੈਡੀਸ਼ਨਲ ਬਰੈਂਪਟਨ ਦੀ ਫਾਰਮਰਸ ਜਿਹੜੀ ਮਾਰਕੀਟ ਹੈ ਨਾ, ਹਰ ਸਾਲ ਲੱਗਦੀ ਆ। ਜਿਹੜੇ ਸਬਜ਼ੀਆਂ ਤੇ ਫਲ ਫਾਰਮਸ ਦੇ ਵਿੱਚ ਉਗਦੇ ਨੇ, ਪੈਦਾ ਹੁੰਦੇ ਨੇ, ਉਹਨਾਂ ਨੂੰ ਸੈੱਲ ਕਰਨ ਦੇ ਲਈ ਇਹ ਜਿਹੜਾ ਪਰ ਸਾਰੇ ਸਿਟੀਜ਼ ਦੇ ਵਿੱਚ ਨਾ ਇਹ ਆਪਣੇ ਡਾਊਨ ਦੇ ਵਿੱਚ ਇਹ ਟ੍ਰੈਡੀਸ਼ਨਲ ਫਾਰਮਰਸ ਮਾਰਕੀਟ ਲੱਗਦੀਆਂ, ਜਿੱਥੇ ਕਿ ਫਰੈਸ਼ ਫਲ ਤੇ ਸਬਜ਼ੀਆਂ ਮੇਨਲੀ ਜਿਹੜੇ ਆ ਉਹ ਜੀ ਸੈੱਲ ਕੀਤੇ ਜਾਂਦੇ ਆ, ਬਾਈ ਕੀਤੇ ਜਾਂਦੇ ਆ। ਤੇ ਉਹ ਫਿਰ ਇਹ ਜਿਹੜੀ ਵੀ ਇਹ ਜੂਨ ਤੋਂ ਲੈ ਕੇ ਅਕਤੂਬਰ ਤੱਕ ਦਾ ਸੀਜ਼ਨ ਹੁੰਦਾ ਹੈ। ਫਾਰਮ ਮਾਰਕੀਟ ਜਿਹੜੀ ਆ ਉਹ ਲੱਗ ਸਕਦੀ ਹੈ, ਐਵਰੀ ਵੀਕਐਂਡ ਤੇ ਲੱਗਦੀ ਹੁੰਦੀ ਸੈਟਰਡੇ ਨੂੰ। ਤੇ ਇਹ ਬਰੈਂਪਟਨ ਡਾਊਨਟਾਊਨ ਦੇ ਵਿੱਚ ਜਿਹੜੀ ਆ ਜੀ ਵੀ ਇਸ ਵਾਰ ਉਹਨਾਂ ਨੇ ਥੋੜੀ ਜਿਹੀ ਇਹਦੀ ਲੋਕੇਸ਼ਨ ਚੇਂਜ ਕੀਤੀ ਆ, ਕਿਉਂਕਿ ਕੰਸਟਰਕਸ਼ਨ ਚੱਲ ਰਹੀ ਆ ਬਰੈਂਪਟਨ ਡਾਊਨਟਾਊਨ ਏਰੀਆ ਦੇ ਵਿੱਚ, ਜਿੱਥੇ ਇਹ ਪਹਿਲਾਂ ਮਾਰਕੀਟ ਲੱਗਦੀ ਸੀਗੀ। ਪਰ ਉਹਦੇ ਨਾਲ ਹੀ ਜਾਣੀ ਕਿ ਕੈਨ ਵਿਲਹੈਂਡ ਸਕੁਅਰ ਹੈਗਾ ਜਿਹੜਾ ਉਹ ਸਿਟੀ ਹਾਲ ਦੇ ਬਿਲਕੁਲ ਨੇੜੇ ਆ, ਤੇ ਉੱਥੇ ਫਿਰ ਇਹ ਮਾਰਕੀਟ ਜਿਹੜੀ ਆ ਜੀ ਵੀ ਇਸ ਵਾਰ ਲੱਗੂਗੀ। 19 ਜੂਨ ਨੂੰ ਇਹ ਪਹਿਲੀ ਵਾਰੀ ਖੁੱਲਣੀ ਆ ਤੇ 23 ਅਕਤੂਬਰ ਤੱਕ ਖੁੱਲਦੀ ਰਹੇਗੀ ਹਰ ਸ਼ਨੀਚਰਵਾਰ ਨੂੰ ਜਿਹੜਾ ਜੀ। ਪਰ ਦੂਸਰੇ ਪਾਸੇ ਜੋ ਕੋਵਿਡ ਦੇ ਨਾਲ ਰਿਲੇਟਡ ਜਾਣੀ ਕਿ ਰੈਸਟ੍ਰਿਕਸ਼ਨਸ ਹੈਗੀਆਂ ਮਾਸਕ ਵਗੈਰਾ ਦੀਆਂ, ਉਹ ਉਸੇ ਤਰ੍ਹਾਂ ਲਾਗੂ ਰਹਿਣਗੀਆਂ। ਲੋ ਜੀ, ਲੈਂਦੇ ਨੈਕਸਟ ਕਾਲ ਔਨ ਦੀ 에ਅਰ ਜੀ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਾਓ ਸਾਹਿਬ ਨੂੰ ਸਵਾਲ ਪੁੱਛਣਾ। ਜੀ ਜੀ, ਗੋ ਹੈਡ ਜੀ। ਹਾਂਜੀ ਜਾਓ ਸਾਹਿਬ ਜੀ, ਮੇਰੇ ਮਦਰ ਇਨ ਲਾ 96 ਇਅਰਸ। ਵੀਰੇ ਪਹਿਲਾਂ ਇੱਕ ਬੇਨਤੀ ਹੈ, ਪਿੱਛੋਂ ਰੇਡੀਓ ਦੀ ਵੋਲਿਊਮ ਪਲੀਜ਼ ਘੱਟ ਕਰ ਲਓ, ਸਾਡੀ ਫੀਡਬੈਕ ਆ ਰਹੀ ਹੈ, ਕੁਐਸਚਨ ਨਹੀਂ ਸਮਝ ਆ ਰਿਹਾ ਜੀ। ਬੰਦ ਹੀ ਕਰ ਦਿੰਦਾ ਜੀ, ਬੰਦ ਹੀ ਕਰ ਦਿਓ ਜੀ। 905-813-1320 ਸਾਡੇ ਰੱਬ ਵਰਗੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਔਨ ਦੀ ਏਅਰ ਆਉਂਦੇ ਹੋ ਤਾਂ ਰੇਡੀਓ ਦੀ ਵੋਲਿਊਮ ਪਿੱਛੋਂ ਪਲੀਜ਼ ਘੱਟ ਕਰ ਦਿਆ ਕਰੋ ਜੀ। ਗੋ ਹੈਡ ਜੀ। ਹਾਂਜੀ ਜਾਓ ਸਾਹਿਬ, ਮਾਈ ਮਦਰ ਇਨ ਲਾ ਇਜ਼ 96 ਇਅਰਸ 올ਡ। ਸੁਣਿਓ ਜਰਾ ਸਾਡੀ ਗੱਲ। ਹਾਂਜੀ, ਪੰਜਾਬੀ, ਅਸੀਂ ਵੀ ਪੰਜਾਬੀ ਤੇ ਸਾਡੇ ਸੁਣਨ ਵਾਲੇ ਪੰਜਾਬੀ ਚ ਸਵਾਲ ਪੁੱਛੇ ਜਾਵੇ ਜੀ। ਜੀ ਗੋ ਹੈਡ ਜੀ। ਮੇਰੀ ਮਦਰ ਇਨ ਲਾ ਜਿਹੜੇ ਹਨਗੇ ਉਹ 96 ਆ। ਉਹਨਾਂ ਦੀ ਮਾਰਚ ਦੇ ਐਂਡ ਚ ਫਾਈਜ਼ਰ ਲੱਗਿਆ ਸੀ, ਹੁਣ ਉਹਨਾਂ ਦੀ ਜੁਲਾਈ 7 ਨੂੰ ਸੈਕੰਡ ਡੋਜ਼। ਇੱਕ ਮਿੰਟ ਵੀਰੇ, ਇੱਕ ਮਿੰਟ ਜੀ। ਜੌਲ ਸਾਹਿਬ ਸੁਣਦੇ, ਪਹਿਲਾਂ ਸਾਡੀ ਸੁਣੋ ਜੀ। ਹਾਂਜੀ, ਤੁਹਾਡੇ ਸੱਸ ਦੀ ਉਮਰ 96 ਸਾਲ ਹੈ, ਮਦਰ ਦੀ ਉਮਰ ਕਹ ਲਓ, ਮਦਰ ਇਨ ਲਾ ਦੀ ਉਮਰ 96। ਸਾਨੂੰ ਪੰਜਾਬੀ ਸਮਝ ਆਉਂਦੀ ਹੈ ਜੀ। ਹਾਂਜੀ ਹਾਂਜੀ, ਪੰਜਾਬੀ ਬੋਲੋ ਕਿਰਪਾ ਕਰਕੇ। ਪੰਜਾਬੀ ਬੋਲ ਰਿਹਾ ਮੈਂ। ਨਹੀਂ, ਮਦਰ ਇਨ ਲਾ ਇਜ਼ ਨਾਟ ਪੰਜਾਬੀ ਜੀ। ਗੋ ਹੈਡ। ਆਪਾਂ ਅੰਗਰੇਜ਼ੀ ਬੋਲੇ ਨੇ ਦੋਨਾਂ ਨੂੰ। ਸੱਸ ਕਹਿ ਦੋ। ਹਾਂਜੀ, ਸੱਸ ਕਹਿ ਦੋ। ਬੋਲੀਆਂ ਦਾ ਸਤਿਆਨਾਸ਼ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਜੀ। ਗੋ ਹੈਡ, ਸਵਾਲ ਤੁਹਾਡਾ ਜੀ। ਉਹਨਾਂ ਦੀ ਫਿਰ 7 ਜੁਲਾਈ ਦੀ ਆਲਰੇਡੀ ਬੁੱਕ ਹੈ, ਕਿਉਂਕਿ ਉਹ 80 ਤੋਂ ਉੱਤੇ ਹੈ। ਕੀ ਮੈਨੂੰ ਚੇਂਜ ਕਰਨੀ ਚਾਹੀਦੀ ਹੈ ਜਾਂ ਮੈਂ 7 ਜੁਲਾਈ ਵਾਲੀ ਰਹਿਣ ਦਾ? ਓਕੇ, ਤੁਹਾਨੂੰ ਨਾ ਜੇ ਉਹ ਚੇਂਜ ਆਪਾਂ ਕਹਿ ਲਓ ਵੀ ਅਦਲਾ ਬਦਲੀ ਕਰਨ ਦੀ ਲੋੜ ਹੋਈ ਤੇ ਤੁਹਾਨੂੰ ਕਾਲ ਆ ਜਾਣੀ ਆ। ਜੇ ਕਾਲ ਨਹੀਂ ਆਉਂਦੀ ਤੇ ਉਹ ਅਪਾਇੰਟਮੈਂਟ ਉਦਾਂ ਹੀ ਰੱਖ ਲਿਓ ਹੈ, ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ, ਕਿਸੇ ਤਰ੍ਹਾਂ ਦਾ ਫਿਕਰ ਨਾ ਕਰੋ। ਮੈਂ ਸਰਦਾਰ ਜੀ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗਦੇ, ਤੁਹਾਨੂੰ ਅਸੀਂ ਟੋਕਿਆ ਤੇ ਸਾਡੇ ਤੋਂ ਵੱਡੇ ਹੋ। ਨਹੀਂ, ਕੋਈ ਗੱਲ ਨਹੀਂ। ਤੇ ਜੇ ਆਪਾਂ ਪੰਜਾਬੀ ਖਰਾਬ ਕਰਾਂਗੇ ਨਾ ਤੇ ਬੱਚੇ ਵਿਚਾਰੇ ਕੀ ਕਰਨਗੇ? ਹਾਂਜੀ ਹਾਂਜੀ, ਜਿਹੜੇ ਲਫ਼ਜ਼ ਸਾਡੇ ਕੋਲ ਪੰਜਾਬੀ ਚ ਮੌਜੂਦ ਹੈ, ਰਿਸ਼ਤਿਆਂ ਦੇ ਨਾਂ ਖਾਸ ਤੌਰ ਤੇ ਉਹਨਾਂ ਦਾ ਘਾਣ ਨਾ ਕਰੋ, ਮੇਰੀ ਹੱਥ ਜੋੜ ਕੇ ਬੇਨਤੀ ਆ ਜੀ। ਆਪਾਂ ਹੀ ਮਤਲਬ ਕਰ ਰਹੇ ਹਾਂ ਤੇ ਨਾਲ ਕਹੀ ਜਾ ਰਹੇ ਵੀ ਪੰਜਾਬੀ ਵਿਗੜੀ ਜਾ ਰਹੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹਨੂੰ ਅਸੀਂ ਬੇਨਤੀ ਇਹਨੂੰ ਕਬੂਲ ਕਰੋ ਜੀ। 905-813-1320 9058131320। ਪੰਨੂ ਸਾਹਿਬ ਸਾਨੂੰ ਦੇਖ ਰਹੇ ਨੇ, ਜੌਲ ਸਾਹਿਬ, ਉਹ ਕਹਿ ਰਹੇ ਨੇ ਕਿ ਵੈਰੀ ਗੁੱਡ ਜੌਬ ਪੰਨੂ ਸਾਹਿਬ, ਥੈਂਕ ਯੂ ਸੋ ਮਚ। ਈ ਬਾਬਾ ਐਂਟਰਟੇਨਮੈਂਟ ਜ਼ਰੂਰ ਡਾਊਨਲੋਡ ਕਰੋ ਬਾਈ ਜੀ, ਜਿੱਥੇ ਤੁਸੀਂ ਵੱਖ-ਵੱਖ ਚੈਨਲਸ ਦੇਖ ਸਕਦੇ ਹੋ, ਵੱਖ-ਵੱਖ ਸ਼ੋਜ਼ ਦੇਖ ਸਕਦੇ ਹੋ, ਤੇ ਹੁਣ ਤਾਂ ਡਰਾਮੇ ਵੀ ਅਪਲੋਡ ਕੀਤੇ ਗਏ ਨੇ ਪੰਨੂ ਸਾਹਿਬ ਵੱਲੋਂ। ਸੋ ਪੰਨੂ ਸਾਹਿਬ, ਥੈਂਕ ਯੂ ਸੋ ਮਚ। ਮੈਨੂੰ ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਕਿਉਂਕਿ ਤੁਹਾਨੂੰ ਪਤਾ ਪਾਇਓਨੀਅਰ ਨੇ ਨਾ। ਯੈਸ, ਦ ਪਾਇਨੀਅਰਸ। ਰੇਡੀਓ ਸਿਰਸਾਗਰ ਸ਼ੁਰੂ ਕੀਤਾ, ਫਿਰ ਉਹਨਾਂ ਨੇ ਐਸਐਸ ਟੈਲੀਵਿਜ਼ਨ ਸ਼ੁਰੂ ਕੀਤਾ। ਉਸ ਵੇਲੇ ਕੁਝ ਵੀ ਨਹੀਂ ਸੀ ਹੁੰਦਾ। ਉਹ ਅੱਜ ਤੇ ਚਲੋ IPTV ਤੇ ਹਜ਼ਾਰਾਂ ਚੈਨਲ ਹੋ ਸਕਦੇ ਆ ਨਾ ਜੀ, ਮਤਲਬ ਕਈ ਵਾਰੀ ਹੁੰਦਾ ਵੀ ਉਹਨੇ ਦਰਸ਼ਕ ਨਹੀਂ ਗਏ ਸ਼ਾਇਦ ਜਿੰਨੇ ਵੀ ਟੈਲੀਵਿਜ਼ਨ ਚੈਨਲ। ਜੀ 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 ਜੀ। ਪਰ ਦੂਸਰੇ ਪਾਸੇ ਰਵਿੰਦਰ ਸਿੰਘ ਪੰਨੂ ਹੋਣਾ ਨੇ ਜਿਹੜਾ ਇਰਾ ਲੈ ਕੇ ਆਂਦਾ ਸੀ ਨਾ, ਹਰ ਪੰਜਾਬੀ ਜਦੋਂ ਨਿਊ ਇਮੀਗ੍ਰੈਂਟਸ ਆਉਂਦੇ ਸੀ, ਫੈਮਿਲੀਜ਼ ਜਾਣੀ ਕਿ ਜਿੱਦਾਂ ਉਹ ਬਾਕੀ ਦੀਆਂ ਹੋਰ ਕਲਚਰਲ ਜਾਂ ਰਿਲੀਜੀਅਸ ਪਲੇਸਿਸ ਦੇ ਨਾਲ ਜੁੜਦੇ ਸੀ, ਇਦਾਂ ਹੀ ਨਵੇਂ ਆਏ ਭੈਣ ਭਰਾ ਜਿਹੜੇ ਉਹ ਰੇਡੀਓ ਸੁਰਸਾਗਰ ਐਸਐਸ ਟੈਲੀਵਿਜ਼ਨ ਦੇ ਨਾਲ ਜੁੜਨਾ ਵੀ ਪਾਰਟ ਆਫ ਦਾ ਆਪਣਾ ਲਾਈਫ ਸਮਝਿਆ ਜਾਂਦਾ। ਜੀ ਜੀ, ਬਿਲਕੁਲ ਬਿਲਕੁਲ। ਸੋ ਬਹੁਤ ਪੀਕ ਤੇ ਜੀ ਵੀ ਇਹਨਾਂ ਨੇ ਪੰਜਾਬੀ ਮੀਡੀਆ ਨੂੰ, ਬਿਲਕੁਲ ਬਿਲਕੁਲ ਸਾਡਾ ਸਿਰ ਚੌਧਾ ਜੀ। ਜੀ ਬਿਲਕੁਲ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਲੈਂਦੇ ਨੈਕਸਟ ਕਾਲ ਆਉਂਦੀ ਹੈ ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਚਾਵਲਾ ਸਾਹਿਬ ਤੇ ਸਤਪਾਲ ਜੌਲ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਪੰਜਾਬੀ ਦੀ ਗੱਲ ਕੀਤੀ। ਹੁਣ ਮੇਰਾ ਸਵਾਲ ਕੋਈ ਨਹੀਂ, ਮੇਰੀ ਇੱਕ ਛੋਟੀ ਜਿਹੀ ਬੇਨਤੀ ਸਾਰੇ ਸਰੋਤਿਆਂ ਨੂੰ। ਦੇਖੋ, ਆਪਾਂ ਕਿੰਨੀ ਦੇਰ ਦੇ ਜੌਲ ਸਾਹਿਬ ਨੂੰ ਸੁਣਦੇ ਆ ਤੇ ਕਿੰਨੀ ਮਿਹਨਤ ਕਰਦੇ ਆ,
ਯਾਰ ਇਹਨੂੰ ਕਿਸੇ ਨਾ ਕਿਸੇ ਅਹੁਦੇ ਤੇ ਬਿਠਾ ਲਓ ਲਿਆ ਕੇ, ਕੋਈ ਨਾ ਕੋਈ ਆਪਣਾ ਕੰਮ ਕਰੇ। ਉਧਰ ਆਪਾਂ ਵੋਟਾਂ ਨਹੀਂ ਪਾਉਂਦੇ ਸਾਰੇ। ਦੇਖੋ ਜੀ ਵਿੱਚ ਜੀ ਆਏ ਕੋਈ ਨਾ ਕੋਈ ਹਿੰਮਤ ਕਰੀਏ ਯਾਰ। ਨਹੀਂ ਮੈਂ ਇਹਦੇ ਵਿੱਚ ਡਿਸਐਗਰੀ ਕਰਨਾ, ਦੇਖੋ ਮੈਂ ਡਿਸਐਗਰੀ ਕਰਨਾ ਚਾਹੁੰਦਾ। ਜੌਲ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਇਲੈਕਸ਼ਨਸ ਦੇ ਵਿੱਚ ਕਦਮ ਰੱਖਿਆ, ਬਟ ਅਫਸੋਸ ਅਸੀਂ ਸਪੋਰਟ ਨਹੀਂ ਕਰ ਪਾਏ ਐਜ਼ ਅ ਬ੍ਰੈਂਪਟੋਨੀਅਨ। ਐਂਡ ਜਿੱਥੇ ਵੀ ਚੰਗੇ ਇਨਸਾਨ ਦੀ ਜੇ ਸਪੋਰਟ ਨਹੀਂ ਕਰ ਸਕਦੇ ਫਿਰ ਅਸੀਂ ਬਾਅਦ ਵਿੱਚ ਕਸੂਰ ਕੱਢਦੇ। ਉੱਥੇ ਇਹ ਨਹੀਂ ਹੋਇਆ, ਕਿੰਨੀਆਂ ਗੱਲਾਂ ਕੱਢ ਕੇ ਮੈਂ ਕਹਿੰਦਾ ਜੀ ਮੈਂ ਤਾਂ ਥੱਕ ਗਿਆ ਸੁਣ ਪੈਣਾ ਤੇ ਕਿੰਨੀ ਸਾਕਰ ਤੋਂ ਵੀ ਇੱਥੇ ਆ ਕੇ। ਜੀ ਬੇਨਤੀ ਹੈ ਜੀ ਕਿਤੇ ਅੱਗੇ ਇਲੈਕਸ਼ਨ ਹੋਵੇ ਉਹਨੂੰ ਜ਼ਰੂਰ ਕਰਾਓ ਜੀ। ਆ ਗਿਆ ਇਲੈਕਸ਼ਨ, ਆ ਗਿਆ ਜੀ ਇਲੈਕਸ਼ਨ। ਮੈਂ ਤਾਂ ਜੌਲ ਸਾਹਿਬ ਨੂੰ ਕਹਿ ਰਿਹਾ ਮੈਂ, ਜੌਲ ਸਾਹਿਬ ਜੀ ਖੜੇ ਹੋਵੋ, ਤੁਸੀਂ ਖੜੇ ਹੋਏ, ਕਹਿੰਦੇ ਨਾ ਛੱਡ ਪਰਾਂ ਕੀ ਕਰਨਾ। ਜੇ ਜੌਲ ਸਾਹਿਬ ਸਾਡੇ ਇੱਧਰ ਬੁੱਢ ਬ੍ਰਿਜ ਏਰੀਆ 'ਚ ਖੜਾਓ ਜੀ, ਅਸੀਂ ਥੈਂਕ ਯੂ ਜੀ ਜੌਲ ਸਾਹਿਬ। ਭਾਵਨਾਵਾਂ ਦਾ ਬਹੁਤ ਸਤਿਕਾਰ ਹੈ ਭਾਈ ਸਾਹਿਬ ਜੀ। ਇਦਾਂ ਦੇ ਸਾਡੇ ਜੀ ਵੱਡੀ ਤਾਦਾਦ ਦੇ ਵਿੱਚ ਹੈ ਸਾਡੇ ਜਿਹੜਾ ਸਪੋਰਟ ਦਿਲੋਂ ਕਰ ਰਹੇ ਨੇ। ਆ ਜਾਓ ਜੌਲ ਸਾਹਿਬ, ਕੀ ਹੁੰਦਾ ਯਾਰ, ਆ ਜਾਓ ਤੁਸੀਂ। ਇਸ ਤਰ੍ਹਾਂ ਅਰਸ਼ ਜਿਹੜਾ ਮੇਰਾ ਮੁਕਾਮ ਮੈਂ ਲੈ ਕੇ ਚੱਲਦਾ ਨਾ, ਮੇਰਾ ਮੁਕਾਮ ਆ ਭੈਣ ਭਰਾਵਾਂ ਦੇ ਦਿਲਾਂ 'ਚ ਜਗ੍ਹਾ, ਉਹੀ ਮੇਰੀ ਕੁਰਸੀ ਆ। ਉਹ ਤੁਸੀਂ ਹੁਣ ਆ ਜਾਓ ਯਾਰ, ਛੱਡੋ ਪਰਾਂ। ਹੁਣ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਓ, ਤੁਹਾਡੇ ਕੋਲ ਤਾਂ ਇੰਨੀ ਨੌਲੇਜ ਆ, ਇੰਨੀ ਤੁਸੀਂ ਦੁਨੀਆ ਭਰ ਘੁੰਮ ਚੁੱਕੇ ਹੋ। ਸਾਡੀ ਮੰਗ ਹੈ ਕਿ ਜੌਲ ਸਾਹਿਬ ਅੱਗੇ ਆਉਣ। ਹੁਣ ਮੈਨੂੰ ਇੰਨਾ ਕੁ ਲੱਗਦਾ ਹੁੰਦਾ ਵੀ ਜੇ ਮੈਂ ਕੁਝ ਤਬਦੀਲੀ ਕਰਨੀ ਚਾਹਨਾ ਤੇ ਉਹ ਮੈਂ ਕੁਰਸੀ ਤੋਂ ਬਿਨਾਂ ਵੀ ਕਰ ਸਕਦਾ, ਤੇ ਮੈਂ ਕਰ ਰਿਹਾ ਬਹੁਤ ਸਾਰੀਆਂ ਚੀਜ਼ਾਂ। ਇੱਥੇ ਰੱਖ ਉਹ ਖਾ ਕੇ ਦੇਖ ਲਓ, ਸਾਰੇ ਦੇਸ਼ 'ਚ ਕੋਈ ਕੁਛ ਕਿਹਾ ਨਹੀਂ ਸੀ। ਸਾਡੇ ਸਾਹਮਣੇ ਸਤਿਆਨਾਸ਼ ਕੈਨੇਡਾ ਨੂੰ ਘੁਣ ਵਾਂਗ ਖਾਦਿਆ ਜਾ ਰਿਹਾ ਇਹਨਾਂ ਬੇਈਮਾਨਾਂ ਦੇ ਵੱਲੋਂ ਜੀ। ਤੇ ਇਹ ਰਾਮ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਰਹੀਆਂ ਵੀ ਹਾਂਜੀ ਸਾਰੇ ਕਰ ਰਹੇ, ਹਰੇਕ ਕਰ ਰਿਹਾ, ਕਿਸੇ ਨੇ ਇੱਕ ਕਦਮ ਨਹੀਂ ਪੁੱਟਿਆ। ਪਰ ਅਸੀਂ 4 ਸਾਲ ਲਾ ਕੇ ਮਿਹਨਤ ਕੀਤੀ ਆ ਤੇ ਉਹ ਸਹੀ ਡਾਇਰੈਕਸ਼ਨ ਵਾਲੇ ਪਾਸੇ ਨੂੰ ਗਵਰਨਮੈਂਟ ਵੀ ਹੁਣ ਤੁਰ ਪਈ ਆ ਜੀ। ਯਾਰ ਦੱਸਦੀ ਹੈ ਭੈਣ ਭਰਾਵਾਂ ਨੂੰ, ਉਹ ਬੇਈਮਾਨਾਂ ਤੇ ਬੇਈਮਾਨਣਾ ਨੂੰ ਜਿਹੜੇ ਇਹਦੇ ਵਿਕਰੇਤਾ ਬਣੇ ਹੋਏ ਸੀ LMIA ਦਾ ਨਾ ਜੀ, ਉਹਨਾਂ ਨੂੰ ਅੰਦਰੋਂ ਅੰਦਰ ਹੀ ਬੜੀ ਹੱਥਾਂ ਪੈਰਾਂ ਦੀ ਪਈ ਹੋਈ ਆ ਹੁਣ। ਜਾਣੀ ਕਿ ਉਹਨਾਂ ਨੇ ਬਹੁਤ ਜਿਹੜੇ ਸਾਨੂੰ ਪਤਾ ਲੱਗ ਜਾਂਦਾ ਵੀ ਆਪਣੇ ਤਰੀਕੇ ਆ, ਸਟਾਈਲ ਆ, ਉਹਨਾਂ ਨੂੰ ਚੇਂਜ ਕਰਨੇ ਪੈਂਦੇ ਆ। ਜਿੱਦਾਂ ਪਹਿਲਾਂ ਹਿੱਕ ਠੋਕ ਕੇ ਸਭ ਕੁਝ ਹੁੰਦਾ ਸੀਗਾ ਨਾ, ਹੁਣ ਕਾਫੀ ਜਿਹੜਾ ਡਰ ਆ, ਥੋੜਾ ਜਿਹਾ ਸਹਿਮ ਉਹਨਾਂ ਦੇ ਦਿਲ ਦੇ ਵਿੱਚ ਬਹਿਣਾ ਸ਼ੁਰੂ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਹਿਮ ਅਸੀਂ ਹੋਰ ਵੱਡਾ ਜੀ। 905 813 1320 ਜੌਲ ਸਾਹਿਬ ਥੈਂਕ ਯੂ ਸੋ ਮਚ ਟਾਈਮ ਦੇਣ ਵਾਸਤੇ। ਪਰੰਤੂ ਜਾਂਦੇ ਅੱਜ ਹੈ ਗੇਮ 7। ਮਿੱਤਰਾਂ ਨੇ ਐਂਡ ਤੱਕ ਖਿੱਚ ਲਿਆ ਕੰਮ ਮੌਂਟਰੀਅਲ ਵਾਲਿਆਂ ਨੇ, ਤੇ ਅੱਜ ਮੈਂ ਵੀ ਸੁਖਣਾ ਜਰਸੀ ਦੁਬਾਰਾ ਪਾ ਲਈ। ਮੈਂ ਕਿਹਾ ਅਸੀਂ ਹਿੰਮਤ ਨਹੀਂ ਹਾਰਨੀ, ਅਸੀਂ ਅੱਗੇ ਵਧਣਾ। ਸੋ ਵਾਟ ਡੂ ਯੂ ਥਿੰਕ? ਕੁੰਡੀਆਂ ਦੇ ਸਿੰਘ ਤਾਂ ਫਸਣਗੇ ਅੱਜ, ਤੇ ਬਹੁਤ ਫਸਵਾ ਮੈਚ ਹੋਵੇਗਾ ਅੱਜ ਤਾਂ। ਯੈਸ, ਨਹੀਂ ਹੋਪਫੁਲ ਤੇ ਆਪਾਂ ਹੋ ਹੀ ਸਕਦੇ ਹਾਂ ਜੀ, ਹੋਪਫੁਲ। ਦੇਖੋ ਹੈ ਤੇ ਮੌਂਟਰੀਅਲ ਵਾਲੇ ਵੀ ਆਪਣੇ ਤੇ ਉਹਨਾਂ ਦੀ ਜਿੱਤ ਦੀ ਵੀ ਚਲੋ ਖੁਸ਼ੀ ਆ। ਇਹ ਤਾਂ ਉਹੀ ਹਿਸਾਬ ਹੋ ਗਿਆ ਨਾ ਜੌਲ ਸਾਹਿਬ, ਦਿੱਲੀ ਵਰਸਸ ਪੰਜਾਬ ਕਿਹਾ ਵੀ ਦੋਨੋਂ ਸਾਡੇ ਹੀ ਆ। ਚਲੋ ਸਾਡੇ ਟੋਰਾਂਟੋ ਵਾਲੇ ਜਿੱਤਣ ਜੀ, ਤੇ ਆਪਾਂ ਆਸ ਕਰਦੇ ਹਾਂ ਤੇ ਹੋਪਫੁਲੀ ਦੇਖਦੇ ਹਾਂ। ਲੇਕਿਨ ਕਿ ਮੈਟਰ ਕਰਦਾ ਵੀ ਜਿਹੜਾ ਗੇਮ ਆ ਨਾ, ਜਿਹੜੀ ਉਹ ਕਿੰਨੀ ਕੁ ਦਿਲਚਸਪ ਜਿਹੜੀ ਆ, ਕਿੰਨੀ ਕੁ ਨਿੱਕ ਕੇ ਪਲੇਅਰਸ ਖੇਡਦੇ ਨੇ, ਚਲੋ ਬਣੀ ਆ। ਇਸੇ ਕਰਕੇ ਜਿਹੜੀ ਇਹ ਇਲੈਕਸ਼ਨ ਵਾਲੀ ਗੱਲ ਵੀ ਆਉਂਦੀ ਹੈ, ਮੇਰੀ ਜਗ੍ਹਾ ਭੈਣ ਭਰਾ ਆਪਣੇ ਮਨਾਂ ਦੇ ਵਿੱਚ ਬਣਾ ਲੈਣ, ਇੰਨਾ ਮੇਰੇ ਵਾਸਤੇ ਬਹੁਤ ਹੈ। ਬਾਕੀ ਇਹ ਹੈ ਜੀ ਕਿ ਜੋ ਕੁਝ ਵੀ ਤੁਸੀਂ ਸਦਾ ਕਹਿੰਦੇ ਹੋ, ਕਰਦੇ ਹੋ, ਨੋਟ ਕਰਕੇ ਅਸੀਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਾਰੀ ਜ਼ਿੰਦਗੀ ਹੱਲ ਕੀਤਾ ਹੈ, ਅੱਗੋਂ ਵੀ ਕਰਦੇ ਰਹਿਣਾ, ਤੇ ਜਿੱਥੇ ਜਦੋਂ ਤੁਸੀਂ ਬਿਠਾਓਗੇ ਉੱਥੇ ਵੀ ਬੈਠੇ ਵੀ ਰਹਿਣਾ। ਸੋ ਜੇ ਜੌਬ ਸਾਹਿਬ ਨੂੰ ਤੁਸੀਂ ਕਨਵਿੰਸ ਕਰਨਾ ਚਾਹੁੰਦੇ ਹੋ ਜੀ, ਨੰਬਰ ਨੋਟ ਡਾਊਨ ਕਰ ਲਓ ਇਹਨਾਂ ਦਾ 4168953784 4168953784 ਤੇ ਤੁਸੀਂ ਕਾਲ ਕਰ ਸਕਦੇ ਹੋ। ਜੌਬ ਸਾਹਿਬ ਨੂੰ ਕਨਵਿੰਸ ਕਰ ਸਕਦੇ ਤਾਂ ਹਾਲੇ ਵੀ ਟਾਈਮ ਹੈਗਾ ਜੀ, ਬਟ ਕਹਿੰਦੇ ਨਾ ਦੇਰ ਆਏ ਦਰੁਸਤ ਆਏ, ਸ਼ਾਇਦ ਦਰੁਸਤ ਆਉਣ ਇਲੈਕਸ਼ਨ ਦੇ ਵਿੱਚ। ਅਸੀਂ ਤਾਂ ਦੇਖਣਾ ਚਾਹੁੰਦੇ, ਅਸੀਂ ਵੀ ਪ੍ਰਮੋਟ ਕਰੀ ਕਿ ਸਾਡਾ ਬੰਦਾ ਵੀ ਖੜਾ ਹੈ ਜੀ, ਐਂਡ ਸਾਡੇ ਪਰਿਵਾਰਕ ਦਾ ਮੈਂਬਰ ਵੀ ਮੈਂਬਰ ਪਾਰਲੀਮੈਂਟ ਬਣੇ ਦਾਰੇ ਸਤਪਾਲ ਸਿੰਘ ਜੌਹਲ। ਮੈਂ ਤਾਂ ਦੇਖੋ ਕਹਿ ਰਿਹਾ, ਬਟ ਸਾਡੇ ਜਿਹੜੇ ਦਰਸ਼ਕ ਨੇ ਜਾਂ ਸਰੋਤੇ ਨੇ ਜੇ ਕਨਵਿੰਸ ਕਰਨਾ ਚਾਹੁੰਦੇ ਨੇ ਤਾਂ 4168953784 ਜੌਹਲ ਸਾਹਿਬ ਹੈਵ ਅ ਵੰਡਰਫੁਲ ਡੇ ਅਹੈਡ। ਥੈਂਕ ਯੂ ਅਰਸ਼। ਜੋ ਕੁਝ ਪਰਮਾਤਮਾ ਨੇ ਮੈਨੂੰ ਬਖਸ਼ਿਸ਼ ਕੀਤਾ, ਜੋ ਕੁਝ ਸੰਗਤ ਨੇ ਅੱਜ ਤੱਕ ਮੈਨੂੰ ਦਿੱਤਾ ਨਾ, ਮੈਂ ਉਹਦਾ ਦੇਣ ਨਹੀਂ ਦੇ ਸਕਦਾ। ਮੈਂ ਆਪਣੀ ਸਮਰੱਥਾ ਤੋਂ ਵੱਧ ਪ੍ਰਾਪਤੀਆਂ ਕਰਕੇ ਜਹਾਨ ਦੇ ਵਿੱਚ ਬੈਠਾ, ਸਾਰਾ ਜੀਵਨ ਸੰਪੂਰਨ ਹੈ, ਸਿੱਖ ਦੇ ਨਾਲ ਪੂਰੇ ਸਬਰ ਦੇ ਨਾਲ ਬੈਠੇ ਆ। ਲਾਈਫ ਦੇ ਵਿੱਚ ਕੋਈ ਘਾਟ ਮਹਿਸੂਸ ਨਹੀਂ ਹੁੰਦੀ, ਪਰ ਹਾਂ ਕਿਤੇ ਬਹਿ ਕੇ ਕੋਈ ਸੰਗਤ ਲਈ ਕੁਝ ਹੋਰ ਕਰ ਸਕੀਏ, ਉਹਦੇ ਤੋਂ ਮੈਂ ਕਦੀ ਪਿੱਠ ਜਿਹੜੀ ਉਹ ਨਾ ਦਿਖਾਈ ਹੈ ਤੇ ਨਾ ਦਿਖਾਣੀ ਜੀ। ਥੈਂਕ ਯੂ ਸੋ ਮਚ ਜੌਹਲ ਸਾਹਿਬ, ਥੈਂਕ ਯੂ ਸੋ ਮਚ। ਆਲਰਾਈਟ, ਇਹ ਸੀ ਸਤਪਾਲ ਸਿੰਘ ਜੌਹਲ। ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।